वाले भी मैंने जी आਇਆ हर सोमवार की तरह हरजीत सिंह जी ਸਾਡੇ ਨਾਲ ਬਹੁਤ ਫਿਲਾਸਫੀ ਦੇ ਕਿਸੇ ਵਿਸ਼ੇ ਦੇ ਤੇ ਸਾਂਝ ਪਾਉਂਦੇ ਹਨ। ਅੱਜ ਵੀ ਅਰਦਾਸ ਦਾ ਵਿਸ਼ਾ ਜੋ ਪਿਛਲੇ 2 ਹਫ਼ਤਿਆਂ ਤੋਂ ਲੜੀਵਾਰ ਚੱਲ ਰਿਹਾ ਹੈ ਉਸ ਦੀ ਵਿਚਾਰ ਅੱਗੇ ਜਾਰੀ ਰੱਖਣਗੇ। ਸੋ ਉਹਨਾਂ ਨੂੰ ਬੇਨਤੀ ਹੈ ਕਿ ਅੱਜ ਦਾ ਆਪਣਾ ਵਿਚਾਰ ਆਰੰਭ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, 2 ਹਫ਼ਤੇ ਪਹਿਲਾਂ ਅਸੀਂ ਅਰਦਾਸ ਦੇ ਉੱਤੇ ਕੁਝ ਵਿਚਾਰ ਆਰੰਭ ਕੀਤੇ ਸਨ। ਅੱਜ ਵੀ ਅਸੀਂ ਇਸੇ ਵਿਸ਼ੇ ਨੂੰ ਹੀ ਅੱਗੇ ਤੋਰਦੇ ਹਾਂ। ਧਰਮ ਦੀ ਦੁਨੀਆ 'ਚ ਵਿਸ਼ਵਾਸ ਰੱਖਣ ਵਾਲੇ ਜਿਹੜੇ ਆਸਤਿਕ ਲੋਕ ਹਨ ਉਹ ਅਰਦਾਸ ਦੇ ਉੱਤੇ ਵਿਸ਼ਵਾਸ ਰੱਖਦੇ ਹਨ। ਪਰ ਮਨੁੱਖ ਦਾ ਇੱਕ ਸੁਭਾਅ ਹੈ ਕਿ ਉਹਨੂੰ ਉਹ ਹਰ ਚੀਜ਼ ਮਿਲ ਜਾਣੀ ਚਾਹੀਦੀ ਹੈ ਜਿਹਦੀ ਉਹ ਮੰਗ ਜਾਂ ਇੱਛਾ ਕਰਦਾ ਹੈ, ਵੀ ਮੂੰਹ ਮੰਗਿਆ ਪਦਾਰਥ ਜਿਹੜਾ ਹੈ ਉਹ ਮਿਲਣਾ ਚਾਹੀਦਾ ਹੈ। ਇਹ ਸੁਭਾਅ ਹੈ ਮਨੁੱਖ ਦਾ। ਉਹਦੀ ਹਰ ਮੁਰਾਦ ਜਿਹੜੀ ਪੂਰੀ ਹੋ ਜਾਏ, ਪਰ ਜਦੋਂ ਮੁਰਾਦ ਪੂਰੀ ਹੋ ਜਾਂਦੀ ਹੈ ਤਾਂ ਮਨੁੱਖ ਜਿਹੜਾ ਹੈ ਇਹ ਖੁਸ਼ੀ ਦੇ ਵਿੱਚ ਫੁੱਲਿਆ ਨਹੀਂ ਸਮਾਉਂਦਾ। ਪਰ ਇਸ ਦੇ ਉਲਟ ਜਦੋਂ ਮੁਰਾਦ ਨਹੀਂ ਮਿਲਦੀ ਫਿਰ ਮਨ ਤੇ ਸਰੀਰਕ ਤੌਰ ਤੇ ਵੀ ਮੁਰਝਾਇਆ ਜਾਂਦਾ ਤੇ ਨਿਰਾਸ਼ਤਾ ਜੀ ਬਣ ਜਾਂਦੀ ਹੈ। ਇਹ ਕਹਿ ਲਈਏ ਇੱਕ ਨਿਰਾਸ਼ਤਾ ਜੀ ਬਣ ਜਾਂਦੀ ਹੈ। ਗੱਲ ਕੀ ਵੀ ਅਰਦਾਸ ਦੀ ਸਫਲਤਾ ਨਾਲ ਖੁਸ਼ੀ, ਖੇੜਾ ਤੇ ਅਰਦਾਸ ਨਾ ਮੰਨੀ ਜਾਵੇ ਜੋ ਸਾਨੂੰ ਜਾਪਦਾ ਹੈ। ਨਾ ਮੰਨੀ ਜਾਣ ਦਾ ਮਤਲਬ ਇਹ ਨਹੀਂ ਵੀ ਨਹੀਂ ਮੰਨੀ ਗਈ, ਜੋ ਸਾਨੂੰ ਜਾਪਦਾ ਹੈ ਅਸਫਲਤਾਵਾਂ ਜੇ ਉਹਦੇ 'ਚ ਹੋ ਜਾਵੇ, ਸਾਡੇ ਮੱਥੇ ਤੇ ਤਿਊੜੀਆਂ, ਚਿਹਰਾ ਮੁਰਝਾਇਆ ਹੋਇਆ, ਸੋਚਾਂ ਦੇ ਵਿੱਚ ਹਰ ਵੇਲੇ ਡੁੱਬੇ ਰਹਿਣਾ, ਇਹ ਇੱਕ ਸਾਡਾ ਮਨੁੱਖੀ ਸੁਭਾਅ ਹੈ। ਇਸ ਗੱਲ ਨੂੰ ਭਗਤ ਰਵਿਦਾਸ ਜੀ ਨੇ ਗੁਰਬਾਣੀ ਦੇ ਵਿੱਚ ਕੀਤਾ, ਜਬ ਕਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਇਹ ਸੁਭਾਅ ਹੈ ਮਨੁੱਖ ਦਾ। ਜੇ ਪਾਲਿਆ ਤੇ ਹੰਕਾਰ ਦੀਆਂ ਟੀਸੀਆਂ ਤੇ ਚੜ੍ਹ ਜਾਣਾ, ਜਿਵੇਂ ਕੋਈ ਸੁਮੇਰ ਪਰਬਤ ਤੇ ਜਾ ਚੜਿਆ ਹੋਵੇ। ਜੇ ਚਲੀ ਜਾਏ ਤਾਂ ਜ਼ਮੀਨ ਦੇ ਵਿੱਚ ਟੋਆ ਕੱਢ ਕੇ ਜਿਵੇਂ ਕੋਈ ਬੈਠਾ ਹੋਵੇ, ਇਸ ਤਰ੍ਹਾਂ ਸਿਰ ਸੁੱਟ ਕੇ ਬੈਠ ਜਾਣਾ। ਇਹ ਕਿਉਂ ਵਾਪਰਦਾ ਹੈ, ਕਿਉਂ ਹੁੰਦਾ ਹੈ? ਇਹਦੇ ਕਈ ਕਾਰਨ ਹਨ। ਇਸ ਦਾ ਕਾਰਨ ਸਾਡੀਆਂ ਮਾਨਸਿਕ ਅਵਸਥਾ ਦੀਆਂ ਜਾਂ ਮਾਨਸਿਕ ਪੀੜਾ ਵੀ ਹੈ, ਮਾਨਸਿਕ ਔਕੜਾਂ ਵੀ ਹਨ। ਇਹ ਔਕੜਾਂ ਸਾਡੀ ਆਪਣੀ ਮਾਨਸਿਕ ਮਜਬੂਰੀ ਤੋਂ ਪੈਦਾ ਹੁੰਦੀਆਂ ਨੇ, ਜੋ ਸਾਡੀ ਅਰਦਾਸ ਨੂੰ ਇਹ ਕਹਿ ਲਈਏ ਇੱਕ ਕਮਜ਼ੋਰ ਜਿਹਾ ਰੂਪ ਦੇ ਦਿੰਦੀਆਂ ਹਨ, ਜਿਹਦਾ ਰਿਜ਼ਲਟ ਹੈ ਕਿ ਅਸਲ 'ਚ ਕਸੂਰ ਸਾਡਾ ਸੀ, ਪਰ ਅਸੀਂ ਇਹ ਦੋਸ਼ ਪਰਮੇਸ਼ਰ ਦੇ ਉੱਤੇ ਮੜ ਦਿੱਤਾ ਵੀ ਉਹਨੇ ਅਰਦਾਸ ਨਹੀਂ ਬਣੀ ਜਾਂ ਨਹੀਂ ਸੁਣੀ। ਗੱਲ ਤਾਂ ਅਸੀਂ ਸਾਡਾ ਮਾਨਸਿਕ ਸਤਰ ਉਹ ਨਹੀਂ ਬਣਿਆ ਜਿਸ ਸਤਰ ਤੇ ਜਾ ਕੇ ਅਸੀਂ ਗੁਰੂ ਦੇ ਅੱਗੇ ਬੇਨਤੀ ਕਰਦੇ। ਰਿਜ਼ਲਟ ਇਹ ਨਿਕਲਦਾ ਕਿ ਸਾਨੂੰ ਉਹ ਤਾਕਤ ਜਿਹੜੀ ਹੈ ਉਹ ਪ੍ਰਾਪਤ ਨਹੀਂ ਹੁੰਦੀ ਜਿਹਦੀ ਅਸੀਂ ਆਮ ਤੌਰ ਤੇ ਆਸ ਕਰਦੇ ਹਾਂ। ਇਸ ਲਈ ਅਸੀਂ ਅਰਦਾਸ ਵੱਲੋਂ ਫਿਰ ਮੂੰਹ ਮੋੜ ਲੈਂਦੇ ਹਾਂ। ਕੀ ਫਾਇਦਾ ਗੁਰਦੁਆਰੇ ਜਾਣ ਦਾ, ਕੀ ਫਾਇਦਾ ਬਾਣੀ ਪੜ੍ਹਨ ਦਾ, ਕੀ ਫਾਇਦਾ ਸਾਡੇ ਜੇ ਅਸੀਂ ਰੋਜ਼ ਗੁਰਦੁਆਰੇ ਜਾਂਦੇ, ਸਾਨੂੰ ਬੁਖਾਰ ਹੀ ਚੜ੍ਹਨਾ ਸੀ ਤਾਂ ਫਿਰ ਅਸੀਂ ਗੁਰਦੁਆਰੇ ਕਿਉਂ ਗਏ? ਛੋਟੀ ਛੋਟੀ ਗੱਲ ਦੇ ਉੱਤੇ ਕਈ ਵਾਰੀ ਸਾਡੇ ਮਨ ਦੇ ਵਿੱਚ ਇਹੋ ਜਿਹੇ ਵਿਚਾਰ ਜਿਹੜੇ ਪੈਦਾ ਹੋ ਜਾਂਦੇ ਹਨ।
ਇਹ ਗੱਲ ਅਸੀਂ ਸਮਝਦੇ ਨਹੀਂ ਕਿ ਅਸਲ 'ਚ ਸਾਡਾ ਮਨ ਹੀ ਸਾਡੇ ਨਾਲ ਧੋਖਾ ਕਰ ਰਿਹਾ, ਇਹ ਨਹੀਂ ਅਸੀਂ ਗੱਲ ਸਮਝਦੇ। ਅਰਦਾਸ ਨੂੰ ਗੁਰੂ ਦੇ ਅੱਗੇ ਕਰਨ ਲੱਗਿਆ ਕੁਝ ਚੀਜ਼ਾਂ ਦਾ ਵਿਚਾਰ ਹੋਣੀ ਜਾਂ ਜਾਣਕਾਰੀ ਹੋਣੀ ਜ਼ਰੂਰੀ ਹੈ। ਤਾਂ ਸਭ ਤੋਂ ਵੱਡੀ ਗੱਲ ਮੈਂ ਜਿਹੜੀ ਕਰਨੀ ਚਾਹੁੰਦਾ ਉਹ ਹੈ ਸਾਡੇ ਜੀਵਨ ਦੇ ਵਿੱਚ ਇੱਕ ਰੁਕਾਵਟ, ਉਹ ਹੈ ਅਸ਼ਰਧਾ। ਅਰਦਾਸ ਦਾ ਬੇਸ ਸ਼ਰਧਾ ਹੈ, ਖਿਆਲ ਕਰਨਾ। ਜੇ ਸਾਡਾ ਸ਼ਰਧਾ ਨਹੀਂ ਹੈ ਤਾਂ ਫਿਰ ਸਾਡੀ ਕੀਤੀ ਹੋਈ ਅਰਦਾਸ ਕਦੀ ਪੂਰੀ ਹੋ ਵੀ ਨਹੀਂ ਸਕਦੀ। ਸਾਨੂੰ ਜੇ ਵਿਸ਼ਵਾਸ ਨਹੀਂ ਹੈ, ਜਿਹਨੂੰ ਅਸੀਂ ਸ਼ਰਧਾ ਤੇ ਵਿਸ਼ਵਾਸ ਦੋ ਲਫ਼ਜ਼ ਵਰਤਦੇ ਹਾਂ, ਜਿੱਥੇ ਸ਼ਰਧਾ ਨਹੀਂ ਉੱਥੇ ਅਰਦਾਸ ਕਿਵੇਂ ਕੀਤੀ ਜਾ ਸਕਦੀ ਹੈ? ਜੇ ਸਾਨੂੰ ਭਰੋਸਾ ਹੀ ਨਹੀਂ, ਜੇ ਸਾਡਾ ਉਹਦੇ ਤੇ ਸ਼ਰਧਾ ਹੀ ਨਹੀਂ ਬਣੀ, ਤੇ ਅਸੀਂ ਕਿਵੇਂ ਉਹਦੀ ਗੱਲ ਨੂੰ ਅਸੀਂ ਮੰਨ ਸਕਦੇ ਹਾਂ, ਜਾਂ ਉਹਨੂੰ ਕਿਵੇਂ ਅਸੀਂ ਆਪਣੀ ਗੱਲ ਕਹਿ ਸਕਦੇ ਹਾਂ? ਦੁਨਿਆਵੀ ਤੌਰ ਤੇ, ਸੰਸਾਰ ਦੇ ਤੌਰ ਤੇ ਵੀ ਦੇਖ ਲਓ, ਜੇ ਸਾਡੇ ਮਨ 'ਚ ਪਹਿਲਾਂ ਹੀ ਸ਼ੱਕ ਹੋਵੇ ਵੀ ਪਤਾ ਨਹੀਂ ਇਹਨੇ ਮੈਨੂੰ ਕੁਝ ਦੇਣਾ ਕਿ ਨਹੀਂ ਦੇਣਾ, ਭਰੋਸਾ ਹੀ ਨਹੀਂ ਬਣਿਆ, ਤਾਂ ਫਿਰ ਅਸੀਂ ਉਸ ਮੰਗ ਦੇ ਵਿੱਚ ਸਾਡੀ ਸ਼ਰਧਾ ਵੀ ਨਹੀਂ ਆ ਸਕਦੀ। ਉਹ ਗੱਲ ਜ਼ਰੂਰੀ ਹੈ ਕਿ ਜਿੱਥੇ ਸ਼ਰਧਾ ਨਹੀਂ ਹੈ ਉੱਥੇ ਅਰਦਾਸ ਅੰਦਰਲੇ ਭਾਵਾਂ ਵਿੱਚੋਂ ਨਿਕਲ ਹੀ ਨਹੀਂ ਸਕਦੀ। ਉੱਪਰੋਂ ਜ਼ਬਾਨ ਬੋਲੇਗੀ, ਮੂੰਹ ਬੋਲੇਗਾ, ਲੇਕਿਨ ਅੰਦਰਲੇ ਭਾਵ ਜਿਹੜੇ ਹਨ ਉਹ ਨਹੀਂ ਪ੍ਰਗਟ ਹੁੰਦੇ। ਜਿਹੜਾ ਸ਼ਰਧਾਹੀਨ ਮਨੁੱਖ ਹੈ ਉਹ ਤਾਂ ਅਰਦਾਸ ਵਾਲੇ ਪਾਸੇ ਰੁਖ ਹੀ ਨਹੀਂ ਕਰਦਾ। ਪਹਿਲੀ ਗੱਲ ਤਾਂ ਇਹ ਹੈ। ਜੇ ਕਿਤੇ ਭੁੱਲ ਭੁਲੇਖੇ ਕਰ ਵੀ ਬੈਠੇ ਤਾਂ ਅੰਦਰ ਸਿਦਕ ਦੀ ਗੈਰ ਹਾਜ਼ਰੀ ਜਿਹੜੀ ਹੈ ਉਹ ਉਸ ਸਤਾ ਤੇ ਉਹਨੂੰ ਪਹੁੰਚਣ ਹੀ ਨਹੀਂ ਦਿੰਦੀ। ਸਿਦਕ ਹੀ ਨਹੀਂ, ਸਿਦਕ ਤੇ ਬੇਸਿਦਕੇ ਦੀ ਗੱਲ ਕਦੀ ਨਹੀਂ ਮੰਨੀ ਜਾਂਦੀ। ਬੇਸਿਦਕੇ ਦੀ ਨਾ ਭੇਟਾ ਪ੍ਰਵਾਨ ਹੁੰਦੀ ਹੈ ਤੇ ਬੇਸਿਦਕੇ ਦੀ ਨਾ ਅਰਦਾਸ ਪ੍ਰਵਾਨ ਹੁੰਦੀ ਹੈ। ਇਹ ਗੱਲ ਖਿਆਲ ਅੰਦਰ ਪੱਕੀ ਤਰ੍ਹਾਂ ਪੱਕੀ ਕਰ ਲੈਣੀ ਚਾਹੀਦੀ ਹੈ ਕਿ ਬੇਸਿਦਕੇ ਦੀ ਨਾ ਤਾਂ ਗੁਰੂ ਘਰ 'ਚ ਭੇਟਾ ਪ੍ਰਵਾਨ ਹੁੰਦੀ ਹੈ ਤੇ ਨਾ ਹੀ ਗੁਰੂ ਘਰ ਵਿੱਚ ਬੇਸਿਦਕੇ ਦੀ ਅਰਦਾਸ ਪ੍ਰਵਾਨ ਹੁੰਦੀ ਹੈ। ਤਾਂ ਅੱਜ ਮੌਜੂਦਾ ਸਮੇਂ ਜਿੱਥੋਂ ਅਸੀਂ ਵਾਪਰ ਰਹੇ ਹਾਂ, ਜਿੱਥੋਂ ਅਸੀਂ ਚੱਲ ਰਹੇ ਹਾਂ, ਜਿੱਥੋਂ ਅਸੀਂ ਤੁਰ ਰਹੇ ਹਾਂ, ਇਹਨੂੰ ਸਾਇੰਸ ਦਾ ਯੁੱਗ ਕਿਹਾ ਜਾਂਦਾ ਹੈ ਔਰ ਤਰਕ ਦਾ ਯੁੱਗ ਕਿਹਾ ਜਾਂਦਾ ਹੈ। ਅੱਜ ਤਰਕ ਬਹੁਤ ਜ਼ਿਆਦਾ, ਹਰ ਚੀਜ਼ ਉੱਤੇ ਤਰਕ ਹੈ। ਅੱਜ ਅਸੀਂ ਸਵਾਲ ਜਵਾਬ ਦੇ ਸੈਸ਼ਨ ਵਿੱਚ ਵੀ ਦੇਖਿਆ ਕਿ ਹਰ ਚੀਜ਼ ਉੱਤੇ ਤਰਕ ਅਸੀਂ ਕਰਨਾ ਜਾਣਦੇ ਹਾਂ। ਤਰਕ ਕਿਵੇਂ ਹੁੰਦਾ? ਸ਼ਰਧਾ ਇਉਂ ਜਾਪਦਾ ਵੀ ਇਸ ਯੁੱਗ ਵਿੱਚ ਸ਼ਰਧਾ ਦੀ ਘਾਟ ਵਾਪਰ ਗਈ ਹੈ ਤੇ ਗਿਆਨ ਦਾ ਬੋਲਬਾਲਾ ਜਿਹੜਾ ਬਾਹਰਲੇ ਗਿਆਨ ਦਾ ਬੋਲਬਾਲਾ ਹੋ ਗਿਆ। ਅੱਜ ਬਹੁਤ ਸਾਰੇ ਕਥਾਕਾਰ, ਵਿਆਖਿਆਕਾਰਕਾਰ ਵੀ ਜਿਹੜੇ ਨੇ ਉਹ ਗਿਆਨ ਦੀ ਗੱਲ ਤਾਂ ਕਰਦੇ ਹਨ, ਪਰ ਉਸ ਗਿਆਨ ਵਿੱਚੋਂ ਜੋ ਸ਼ਰਧਾ ਹੈ ਉਹ ਗਾਇਬ ਹੈ। ਤਾਂ ਮੇਰੀ ਇੱਕ ਬੇਨਤੀ ਹੈ ਵੀ ਧਰਮ ਜਿਹੜਾ ਹੈ ਇਹ ਗਿਆਨ ਤੇ ਸ਼ਰਧਾ ਦਾ ਸੁਮੇਲ ਹੈ। ਗਿਆਨ ਮਨੁੱਖ ਨੂੰ, ਕੱਲਾ ਗਿਆਨ, ਕੋਰਾ ਗਿਆਨ ਮਨੁੱਖ ਨੂੰ ਹਮੇਸ਼ਾ ਹੀ ਅਭਿਮਾਨੀ, ਹੰਕਾਰੀ ਬਣਾਉਂਦਾ ਹੈ, ਝੁਕਣਾ ਨਹੀਂ ਸਿਖਾਉਂਦਾ। ਔਰ ਕੇਲੀ ਸ਼ਰਧਾ ਜਿਹੜੀ ਹੈ, ਬਿਨਾਂ ਗਿਆਨ ਤੋਂ ਸ਼ਰਧਾ, ਉਹ ਮਨੁੱਖ ਨੂੰ ਕਰਮਕਾਂਡੀ ਬਣਾਉਂਦੀ ਹੈ। ਔਰ ਨਾ ਤਾਂ ਇਕੱਲੇ ਗਿਆਨ ਦੇ ਨਾਲ ਤੇ ਨਾ ਹੀ ਇਕੱਲੀ ਸ਼ਰਧਾ ਦੇ ਨਾਲ ਧਰਮ ਕਮਾਇਆ ਜਾ ਸਕਦਾ ਹੈ, ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਕਰਮਕਾਂਡੀ ਮਨੁੱਖ ਦੀ ਜਦੋਂ ਗੱਲ ਕੀਤੀ ਹੈ ਤਾਂ ਕਰਮੀ ਹੀ ਸਹਿਜ ਨਾ ਉਪਜੇ, ਬਿਨ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ। ਕਿੰਨੇ ਮਰਜ਼ੀ ਉਪਰਾਲੇ ਕਰ ਲਈਏ, ਅੰਦਰੋਂ ਉਹ ਸਹਿਸ, ਉਹ ਚਿੰਤਾਵਾਂ, ਉਹ ਡਰ, ਉਹ ਸਹਿਮ ਦੂਰ ਨਹੀਂ ਹੁੰਦਾ ਜਦ ਤੱਕ ਸਾਨੂੰ ਉਹਦੇ ਬਾਰੇ ਗਿਆਨ ਨਹੀਂ। ਚੀਜ਼ ਦੇ ਬਾਰੇ ਗਿਆਨ ਤੇ ਧਿਆਨ ਦੋ ਚੀਜ਼ਾਂ, ਭਾਵ ਗਿਆਨ ਤੇ ਸ਼ਰਧਾ ਦੋ ਚੀਜ਼ਾਂ ਹਨ। ਭਗਤ ਕਬੀਰ ਜੀ ਦੇ ਸ਼ਬਦ ਅਸੀਂ ਵਿਚਾਰ ਕੀਤੀ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਾਰੀ ਗਿਆਨ ਦੀ ਗੱਲ ਕੀਤੀ। ਗਿਆਨ ਨਾਲ ਇਹ ਵੀ ਹੋ ਗਿਆ, ਗਿਆਨ ਨਾਲ ਇਹ ਵੀ ਹੋ ਗਿਆ, ਗਿਆਨ ਨਾਲ ਇਹ ਵੀ ਹੋ ਗਿਆ, ਪਰ ਅਖੀਰ ਤੇ ਜਾ ਕੇ ਉਹਨਾਂ ਨੇ ਕਿਹਾ ਨਹੀਂ, ਇੱਥੇ ਤੱਕ ਗੱਲ ਨਹੀਂ ਮੁੱਕਦੀ। ਆਂਦੀ ਪਾਛੇ ਜੋ ਜਲ ਬਰਸੇ, ਉੱਥੇ ਉਹ ਗੱਲ ਬੜੀ ਕਮਾਲ ਦੀ ਸੀ ਵੀ ਕੱਲੀ ਹਨੇਰੀ ਆ ਗਈ ਗਿਆਨ ਦੀ, ਇਹ ਜ਼ਰੂਰ ਬੰਦੇ ਨੂੰ ਭੂਤਨਾ ਬਣਾ ਦੇਵੇਗੀ। ਅਸੀਂ ਸਾਰਿਆਂ 'ਚ ਭੂਤ ਨਹੀਂ ਬਣੇ ਹੋਏ ਹਾਂ। ਗਿਆਨ ਦੇ ਨਾਲ, ਗਿਆਨ ਹੀ ਸਾਡੇ ਅੰਦਰ ਆਪਣਾ ਘਰ ਕਰੀ ਬੈਠਾ ਹੈ। ਸਿਰਫ ਗਿਆਨ ਦੀਆਂ ਗੱਲਾਂ ਕਰਦੇ ਹਾਂ, ਹਰ ਚੀਜ਼ ਨੂੰ ਅਸੀਂ ਗਿਆਨ ਦੇ ਤਰਕ ਦੇ ਉੱਤੇ ਪਰਖਣਾ ਚਾਹੁੰਦੇ ਹਾਂ। ਕੱਲੀ ਗਿਆਨ ਦੀ ਹਨੇਰੀ ਇਨਸਾਨ ਨੂੰ ਭੂਤਨਾ ਬਣਾ ਦਿੰਦੀ ਹੈ, ਪਰ ਜੇ ਕਿਤੇ ਮੀਂਹ ਦੀਆਂ ਕਣੀਆਂ ਪੈ ਜਾਣ, ਇਹ ਹੈ ਅੰਦਰ ਭਾਵਨੀ ਪਿਆਰ ਦੀ ਕਣੀਆਂ, ਜਿਹੜੀਆਂ ਗੁਰੂ ਦੇ ਦੀ ਭੌ ਦੀਆਂ ਕਣੀਆਂ, ਸ਼ਰਧਾ ਦੀਆਂ ਕਣੀਆਂ, ਜੋ ਜਲ ਬਰਸੇ,
ਉਸ ਜਲ ਦੇ ਵਿੱਚ ਤੇਰਾ ਜਨ ਭਿੱਜਦਾ ਹੈ। ਉਹਦੇ 'ਚ ਭਿੱਜਣਾ ਜ਼ਰੂਰੀ ਹੈ। ਜਦੋਂ ਅਸੀਂ ਅਰਦਾਸ ਦੀ ਗੱਲ ਕਰਦੇ ਹਾਂ, ਗਿਆਨ ਵੀ ਜ਼ਰੂਰੀ ਹੈ ਤੇ ਉਹ ਸ਼ਰਧਾ ਦਾ ਹੋਣਾ ਵੀ ਜ਼ਰੂਰੀ ਹੈ। ਅੱਜ ਸਾਇੰਸ ਨੇ ਬੁੱਧੀ ਨੂੰ ਬੜੀ ਮਹਾਨਤਾ ਦਿੱਤੀ ਹੈ, ਗਿਆਨ ਨੂੰ ਬੜੀ ਮਹਾਨਤਾ ਦਿੱਤੀ ਹੈ। ਮਨੁੱਖ ਕੋਈ ਗੱਲ ਵੀ ਆਮ ਤੌਰ ਤੇ ਛੇਤੀ ਮੰਨਣ ਨੂੰ ਤਿਆਰ ਨਹੀਂ ਹੁੰਦਾ ਜੀ, ਇਹਨੂੰ ਤਰਕ ਦੀ ਕਸੌਟੀ ਤੇ ਪੂਰਾ ਕਰੋ। ਆਮ ਇਹ ਗੱਲਾਂ ਜਿਹੜੀਆਂ ਨੇ ਉੱਠਦੀਆਂ ਨੇ, ਪੈਦਾ ਹੁੰਦੀਆਂ ਨੇ, ਪਰ ਇਹ ਨਹੀਂ ਜਾਣਦੇ ਵੀ ਗਿਆਨ ਤੇ ਵਿਗਿਆਨ ਤੇ ਧਰਮ, ਇਹਨਾਂ ਦੇ ਵਿੱਚ ਕੁਝ ਫਰਕ ਵੀ ਹੈ। ਇਹ ਗੱਲ ਅਸੀਂ ਨਹੀਂ ਜਾਣਦੇ। ਇਹਨਾਂ ਦਾ ਆਪਸੀ ਝਗੜਾ ਹੀ ਅਸਲ 'ਚ ਫਰਜੀ ਹੈ, ਮਨੁਕਲਪਿਤ ਜਿਹਾ ਝਗੜਾ ਹੈ। ਇਹ ਝਗੜਾ ਹੈ ਹੀ ਗਲਤ। ਗਿਆਨ ਤੇ ਸਾਇੰਸ ਦਾ ਤੇ ਧਰਮ ਦਾ ਝਗੜਾ ਅਸੀਂ ਪਾ ਲਿਆ। ਅਸੀਂ ਹਰ ਗੱਲ ਨੂੰ ਝਗੜੇ ਦੀ ਇਸ ਕਸੌਟੀ ਦੇ ਵਿੱਚ ਘੋਲ ਮਚੋਲ ਲਿਆ ਕੇ ਪੇਸ਼ ਕਰ ਦਿੰਦੇ ਹਾਂ। ਜੇ ਸਾਇੰਸ ਕੋਲ ਅੱਜ ਪ੍ਰੈਕਟੀਕਲ ਦੀ ਹੈ, ਪ੍ਰਯੋਗ ਦੀ ਵਿਧੀਆਂ ਹਨ, ਢੰਗ ਤਰੀਕੇ ਹਨ, ਤੇ ਧਰਮ ਕੋਲ ਤਾਂ ਵਿਸ਼ਵਾਸ ਤੇ ਨਿਸ਼ਚੈ ਦਾ ਟੂਲ ਹੈ। ਧਰਮ ਕੋਲ ਤਾਂ ਇਹ ਟੂਲ ਹੈ। ਜਦ ਤੱਕ ਧਰਮ ਦਾ ਇਹ ਟੂਲ ਜਿਹੜਾ ਸ਼ਰਧਾ, ਵਿਸ਼ਵਾਸ, ਇਹ ਟੂਲ ਸਾਡੇ ਕੋਲ ਕਮੀ ਰਹੇਗੀ, ਉਦੋਂ ਤੱਕ ਸਾਡੀ ਕੀਤੀਆਂ ਹੋਈਆਂ ਬੇਨਤੀਆਂ ਕਦੇ ਵੀ ਪ੍ਰਵਾਨ ਨਹੀਂ ਹੋਣਗੀਆਂ। ਜਿਹੜਾ ਬਾਹਰਲਾ ਗਿਆਨ ਹੈ, ਸਾਇੰਸ ਦਾ ਇੱਕ ਦਿੱਤਾ ਹੋਇਆ ਦੇਣ ਹੈ, ਪਰ ਅੰਦਰਲਾ ਅਨੁਭਵ ਤੇ ਅੰਦਰਲਾ ਆਨੰਦ, ਅੰਦਰਲਾ ਰਹੱਸ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਇਹ ਆਤਮ ਤਜਰਬਾ ਹੈ। ਇਹ ਸਾਇੰਸ ਨਹੀਂ ਦੇ ਸਕਦੀ। ਨਾ ਹੀ ਸਾਇੰਸ ਸਾਨੂੰ ਕਦੀ ਜਿੱਥੇ ਮਰਜ਼ੀ ਚਲੇ ਜਾਓ ਸਾਨੂੰ ਪਹੁੰਚਾ ਸਕਦੀ। ਇਹ ਧਰਮ ਦਾ ਹੀ ਸਾਧਨ ਹੈ। ਇਹ ਰਹੱਸ, ਇਹ ਅਨੁਭਵ, ਇਹ ਆਨੰਦ, ਇਹ ਕੇਵਲ ਧਰਮ ਦੇ ਵਿੱਚੋਂ ਹੀ ਪੈਦਾ ਹੁੰਦਾ ਹੈ, ਸਾਇੰਸ ਵਿੱਚੋਂ ਪੈਦਾ ਨਹੀਂ ਹੁੰਦਾ। ਔਰ ਸਾਇੰਸ ਦਾ ਸਾਰੀ ਜ਼ਿੰਦਗੀ ਖੋਜ ਕਰ ਕਰਕੇ ਵੀ ਅੰਦਰੋਂ ਕਦੀ ਵੀ ਸੰਤੁਸ਼ਟ ਨਹੀਂ ਹੁੰਦੇ। ਮੈਂ ਨਹੀਂ ਕਹਿ ਰਿਹਾ ਉਹ ਗਲਤ ਨੇ, ਮਾੜੇ ਨੇ, ਲੇਕਿਨ ਕਿਉਂ? ਅੰਦਰਲਾ ਆਨੰਦ ਦਾ ਸੰਬੰਧ ਬਾਹਰਲੀ ਖੋਜ ਦੇ ਨਾਲ ਨਹੀਂ ਹੈ। ਜੇ ਆਪਾਂ ਇਹ ਗੱਲ ਕਰ ਲਈਏ ਵੀ ਇਹ ਸਾਇੰਸ ਤੇ ਧਰਮ ਦਾ ਜੋ ਝਗੜਾ ਅਸੀਂ ਖੜਾ ਕਰ ਦਿੰਦੇ ਹਾਂ, ਇਹ ਦੋ ਚੀਜ਼ਾਂ ਹਨ ਸਾਡੀ ਬੋਡੀ ਦੇ, ਇੱਕ ਕੰਨ ਹਨ, ਇੱਕ ਅੱਖ ਹੈ। ਹੁਣ ਇਹ ਦੋਨਾਂ ਦਾ ਆਪਸੀ ਝਗੜਾ ਕਰੀਏ ਵੀ ਕੰਨ ਅੱਖ ਦਾ ਕੰਮ ਨਹੀਂ ਕਰਦਾ, ਅੱਖ ਕੰਨ ਦੀ ਕੰਮ ਨਹੀਂ ਕਰਦੀ, ਇਹ ਤਾਂ ਨਿਰਮੂਲ ਜੀ ਗੱਲ ਹੋ ਜਾਏਗੀ। ਕੰਨ ਵੇਖ ਨਹੀਂ ਸਕਦੇ, ਅੱਖਾਂ ਸੁਣ ਨਹੀਂ ਸਕਦੀਆਂ, ਪਰ ਧਰਮ ਦੇ ਵਿੱਚ ਦੋਨੇ ਚੀਜ਼ਾਂ ਮੌਜੂਦ ਨੇ। ਇਹ ਗੱਲ ਨੂੰ ਖਿਆਲ ਰੱਖਣਾ। ਇਹ ਦੁਨਿਆਵੀ ਉਦਾਹਰਨ ਸਿਰਫ ਮੈਂ ਦਿੱਤੀ ਆਪਣੀ ਨੂੰ ਸਮਝਣ ਦੇ ਲਈ ਹੈ। ਇਹ ਨਹੀਂ ਵੀ ਧਰਮ ਜਿਹੜਾ ਸਾਇੰਸ ਨੂੰ ਜਾਣਦਾ ਨਹੀਂ। ਧਰਮ ਸਾਇੰਸ ਨੂੰ ਜਾਣਦਾ ਹੈ, ਮਤ ਸਮਝਣਾ। ਪਰ ਸਾਡਾ ਇੱਕ ਸੁਭਾਅ ਵੀ ਹਰ ਚੀਜ਼ ਨੂੰ ਪਹਿਲਾਂ ਅਸੀਂ ਸਾਇੰਸ ਦੀ ਕਸਵੱਟੀ ਤੇ ਪਰਖੀਏ ਬਿਨਾਂ ਧਰਮ ਨੂੰ ਜਾਣਨ ਦੇ। ਇਹ ਸਾਡੇ ਅੰਦਰ ਊਨਤਾ ਹੀ ਹੈ। ਜਿਹੜੀ ਸਭ ਤੋਂ ਵੱਡੀ ਕਮਜ਼ੋਰੀ ਸਾਡੇ ਅੰਦਰ ਇਹ ਹੈ ਵੀ ਅਸੀਂ ਧਰਮ ਨੂੰ ਸਾਇੰਸ ਦੀ ਕਸਵੱਟੀ ਤੇ ਪਹਿਲਾਂ ਹੀ ਪਰਖ ਲੈਂਦੇ ਹਾਂ ਤੇ ਧਰਮ ਦੀ ਸਾਨੂੰ ਜਾਣਕਾਰੀ ਹੁੰਦੀ ਨਹੀਂ। ਇਸ ਕਰਕੇ ਇਹਦੇ ਤੋਂ ਥੋੜਾ ਜਿਹਾ ਸਾਨੂੰ ਸਾਵਧਾਨ ਹੋਣ ਦੀ ਲੋੜ ਹੈ ਜਦੋਂ ਅਸੀਂ ਧਰਮ ਦੀ ਦੁਨੀਆ 'ਚ ਵਿਸ਼ਵਾਸ ਰੱਖਦੇ ਹਾਂ। ਤੋ ਜਿੱਦਾਂ ਬਾਹਰਲੇ ਗਿਆਨ ਦੇ ਲਈ ਸਾਨੂੰ ਅੱਖਾਂ ਦੀ ਲੋੜ ਪੈਂਦੀ ਹੈ, ਕੰਨਾਂ ਦੀ ਲੋੜ ਪੈਂਦੀ ਹੈ, ਇਸੇ ਤਰ੍ਹਾਂ ਜ਼ਿੰਦਗੀ ਦੇ ਅੰਦਰਲੇ ਗਿਆਨ ਨੂੰ ਮਾਨਣ ਲਈ ਸਾਨੂੰ ਗੁਰਬਾਣੀ ਦੀ, ਭਰੋਸੇ ਦੀ, ਸਿਦਕ ਦੀ, ਸ਼ਰਧਾ ਦੀ, ਵਿਸ਼ਵਾਸ ਦੀ ਲੋੜ ਪੈਂਦੀ ਹੈ। ਇਹ ਪੱਕੀ ਪਹਿਲਾ ਗੱਲ ਅੰਦਰ ਸਾਨੂੰ ਧਾਰ ਲੈਣੀ ਚਾਹੀਦੀ ਹੈ। ਪਰ ਬਦਕਿਸਮਤੀ ਹੈ ਕਿ ਅੱਜ ਮੌਜੂਦਾ ਯੁੱਗ ਦੇ ਵਿੱਚ ਪਦਾਰਥਵਾਦੀ ਕੀਮਤਾਂ ਤਾਂ ਅਸੀਂ ਅਪਣਾ ਲਈਆਂ ਹਨ, ਪਰ ਸ਼ਰਧਾ ਤੇ ਗਿਆਨ ਨੂੰ ਜੋ ਸੁਮੇਲ ਸੀ ਉਹਨੂੰ ਅਸੀਂ ਜੀਵਨ ਵਿੱਚੋਂ ਖਾਲੀ ਕਰ ਦਿੱਤਾ ਹੈ। ਬਸ ਇਹ ਇੱਕ ਵੱਡਾ ਨੁਕਸ ਹੈ ਸਾਡੇ ਵਿੱਚ, ਜਿਹੜਾ ਅਸੀਂ ਇੱਕ ਵਿੱਚ ਜੇ ਲਟਕ ਰਹੇ ਹਾਂ, ਨਾ ਉਧਰ ਕੇ ਰਹੇ ਨਾ ਉਧਰ ਕੇ ਰਹੇ, ਨਾ ਹੀ ਸੰਸਾਰ ਦੇਖਿਆ ਤੇ ਨਾ ਹੀ ਉਧਰਲਾ ਪਾਸਾ ਦੇਖਿਆ। ਇਹ ਸਾਡੀ ਇਹੋ ਜਿਹੀ ਗੱਲ ਹੈ। ਫਿਰ ਕੀ ਹੁੰਦਾ ਕਿ ਜਦੋਂ ਇਹੋ ਜਿਹੀ ਅਵਸਥਾ ਤੇ ਆ ਜਾਏ, ਫਿਰ ਬੰਦਾ ਧਰਮ ਦੀ ਥਾਂ ਤੇ ਕੋਈ ਉਹਦਾ ਬਦਲ ਲੱਭਣਾ ਚਾਹੁੰਦਾ, ਉਸ ਪਾਸੇ ਨੂੰ ਗੱਲ ਸੋਚਦਾ, ਕਿਉਂਕਿ ਧਰਮ ਤਾਂ ਉਹ ਛੱਡ ਬੈਠਾ। ਪਰ ਹੁਣ ਇਹ ਜਿਹੜਾ ਅਸਲ ਵਿੱਚ ਅਸੀਂ ਗੱਲ ਕਰਦੇ ਹਾਂ ਵੀ ਇਹ ਜਿਹੜੀ ਖੱਪਾ ਬਣ ਜਾਂਦਾ ਜਾਂ ਅੰਦਰ ਗੈਪ ਬਣ ਗਿਆ, ਇਹਨੂੰ ਹੋਰ ਕੋਈ ਚੀਜ਼ ਭਰ ਨਹੀਂ ਸਕਦੀ। ਅਸਲ 'ਚ ਮਾਰਕਸਵਾਦ ਤੇ ਜਿਹੜੇ ਦੂਜਿਆਂ ਦਾ ਉਹਨਾਂ ਦਾ ਵਿਚਾਰ ਇਹੋ ਜਿਹਾ ਸੀ ਵੀ ਧਰਮ ਦੀ ਲੋੜ ਕੋਈ ਨਹੀਂ, ਇਹਨੂੰ ਇਹ ਚੀਜ਼ਾਂ ਭਰ ਸਕਦੀਆਂ ਹਨ।
ਪਰ ਮੇਰੀ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਧਰਮ ਤੋਂ ਮਿਲੀ ਹੋਈ ਚੀਜ਼ ਜਿਹੜੀ ਹੈ ਉਹਦੀ ਕੋਈ ਵੀ ਦੁਨੀਆ ਦਾ ਗਿਆਨ ਉਹਨੂੰ ਨਹੀਂ ਭਰ ਸਕਦਾ। ਜਿਹੜੇ ਅਸੀਂ ਕਹਿੰਦੇ ਧਰਮ ਬੇਲੋੜੀ ਚੀਜ਼ ਹੈ, ਇਹਨੂੰ ਧਰਮ ਚਾਹੀਦਾ ਨਹੀਂ, ਇਹਨੇ ਤਾਂ ਮਨੁੱਖ ਮਾਤਰ 'ਚ ਵੱਡੀਆਂ ਪਾ ਦਿੱਤੀਆਂ ਨੇ, ਇਹ ਕੁਝ ਕਰ ਦਿੱਤਾ, ਜੇ ਕੋਈ ਜੰਗਾਂ ਤੇ ਜੜ ਗਏ, ਧਰਮ ਖਾਤਰ ਸੂਲੀਆਂ ਤੇ ਚੜ ਗਏ, ਇਹ ਇੱਕ ਆਮ ਗੱਲ ਜਿਹੜੀ ਕੀਤੀ ਜਾਂਦੀ ਹੈ। ਪਰ ਇਹ ਫਲਸਫਾ ਜਿਹੜਾ ਹੈ ਇਹ ਮਨੁੱਖ ਨੂੰ ਸੰਤੁਸ਼ਟੀ ਨਹੀਂ ਦੇ ਸਕਦਾ। ਸੈਟਿਸਫੈਕਸ਼ਨ ਜਿਹੜੀ ਹੈ ਉਦੋਂ ਹੀ ਮਿਲੇਗੀ ਜਦੋਂ ਧਰਮ ਦੇ ਸਿਧਾਂਤ ਜ਼ਿੰਦਗੀ ਵਿੱਚ ਆਉਣਗੇ। ਪਰ ਦੇਖੋ ਇਹ ਦੂਜੇ ਪਾਸੇ ਮੈਂ ਇੱਕ ਹੋਰ ਗੱਲ ਛੋਟੀ ਜਿਹੀ ਕਰ ਰਿਹਾ, ਆਮ ਲਾਈਫ ਦੀ ਗੱਲ ਕਰ ਰਿਹਾ ਵੀ ਅੱਜ ਬਹੁਤ ਕਾਰਨ ਜਦੋਂ ਬੰਦਾ ਸ਼ਰਧਕ ਜਿਹਾ ਬਣ ਵੀ ਗਿਆ, ਪਰ ਉਹਦੀ ਸ਼ਰਧਾ ਬਣੇ ਹੋਏ ਦੇ ਵਿੱਚ ਵੀ ਸ਼ਰਧਾ ਦੀ ਲੋੜ ਜ਼ਰੂਰ ਮਹਿਸੂਸ ਕਿਤੇ ਨਾ ਕਿਤੇ ਕਰਦਾ ਹੈ। ਇਹ ਕਿਤੇ ਨਾ ਕਿਤੇ ਉਹਦੇ ਅੰਦਰ ਇਹ ਸੋਚ ਜ਼ਰੂਰ ਆਉਂਦੀ ਹੈ। ਇਹ ਉਹਦੀ ਸਭ ਤੋਂ ਵੱਡੀ ਦੁਵਿਧਾ ਹੈ। ਇਹੋ ਹੀ ਕਾਰਨ ਹੈ ਕਿ ਆਪਣੀ ਜ਼ਿੰਦਗੀ ਨੂੰ ਅਰਦਾਸ ਦੀ ਸ਼ਕਤੀ ਨਾਲ ਅੱਜ ਸਵਾਰਨ ਤੋਂ ਬਦਲਣ ਤੋਂ ਅਸਮਰਥ ਜਿਹਾ ਹੋ ਗਿਆ ਹੈ। ਇਹੋ ਹੀ ਕਾਰਨ ਹੈ ਜਿਹੜਾ ਦੁਵਿਧਾ ਦੇ ਵਿੱਚ ਲਟਕੇ ਰਹਿਣਾ। ਦੁਵਿਧਾ ਮਾਰ ਕੇ ਕੋਈ ਬਿਰਲਾ ਹੀ ਭਾਗਾਂ ਵਾਲਾ ਹੈ ਜਿਹੜਾ ਜਿਉਂਦਾ ਹੈ, ਪਰ ਦੁਵਿਧਾ ਵਿੱਚ ਜਦੋਂ ਲਟਕ ਜਾਂਦੇ ਆ ਤਾਂ ਸਾਡੀ ਗੱਲ ਜਿਹੜੀ ਹੈ ਬਣਦੀ ਨਹੀਂ। ਫਿਰ ਇਹਨੂੰ ਖਤਮ ਕਰਨ ਲਈ ਸ਼ਰਧਾ ਭਾਵਨਾ ਦੇ ਨਾਲ ਉਹਦੇ ਅੱਗੇ ਝੋਲੀ ਅੱਡਣੀ ਪੈਂਦੀ ਹੈ, ਮਾਲਕ ਦੇ ਅੱਗੇ ਝੋਲੀ ਅੱਡਣੀ ਪੈਂਦੀ ਹੈ। ਪਰ ਬਦਕਿਸਮਤੀ ਹੈ ਕਿ ਇਹ ਅੱਜ ਸਾਡੀ ਜ਼ਿੰਦਗੀ ਵਿੱਚ ਨਹੀਂ ਹੋ ਰਿਹਾ। ਅਸੀਂ ਬਸ ਸੰਸਾਰ ਦੇ ਬਣਾਏ ਹੋਏ ਇੱਕ ਜਾਲ ਦੇ ਵਿੱਚ ਹੀ ਫਸੇ ਫਿਰਦੇ ਹਾਂ। ਇਹ ਸਾਡੇ ਅੰਦਰ ਸ਼ੰਕਾ ਤੇ ਮਨ ਦੀ ਦੁਵਿਧਾ ਦੀ ਅਵਸਥਾ ਹਮੇਸ਼ਾ ਹੀ ਕਾਇਮ ਰਹਿੰਦੀ ਹੈ। ਜੇ ਵੈਸੇ ਤਾਂ ਗੱਲ ਕਰੀਏ ਤੇ ਸੰਸਾਰ ਤਾਂ ਵੈਸੇ ਹੀ ਐਕਸਲ ਦੇ ਸੰਸਾਰ ਹੀ ਭੁਲੇਖਾ ਹੈ, ਦੁਵਿਧਾ ਹੀ ਹੈ, ਸੰਸਾ ਹੈ। ਇਹ ਸੰਸਾਰ ਵਿਕਾਰ ਸੰਸੇ ਮੈਂ ਅਸੀਂ ਪੜ੍ਹਦੇ ਹਾਂ, ਸੰਸਾ ਹੈ ਸੰਸਾਰ ਹੈ ਸੁੱਤਿਆਂ ਰਹਿਣ ਵਿਹਾਏ, ਗੁਰਬਾਣੀ ਦੀ ਪੰਕਤੀ ਆਉਂਦੀ ਹੈ। ਇਹ ਸੰਸਾਰ ਹੀ ਕੁਛ ਸੰਸਾ ਜਿਹਾ ਹੈ, ਕਿਉਂਕਿ ਅਸਲ ਵਿੱਚ ਜੋ ਅਸੀਂ ਵੇਖਦੇ ਹਾਂ ਉਹ ਸੱਚ ਨਹੀਂ ਹੈ। ਜੋ ਅਸੀਂ ਵੇਖਦੇ ਹਾਂ ਅਸਤ ਹੈ, ਪਰ ਇੱਕ ਭੁਲੇਖੇ ਕਾਰਨ ਸਾਨੂੰ ਇਹ ਝੂਠ ਸੱਚ ਜਾਪਦਾ ਹੈ ਤੇ ਸਾਡੇ ਅੰਦਰ ਭਰਮ ਛਾਇਆ ਦਾ ਇੱਕ ਮਨ ਸਾਡੇ ਮਨਾਂ ਉੱਤੇ ਹਮੇਸ਼ਾ ਜਾਲ ਜਿਹਾ ਬਣਿਆ ਰਹਿੰਦਾ ਹੈ। ਜਦੋਂ ਮਨ ਜਿਹੜਾ ਸੰਸਾ ਵਾਲਾ ਬਣ ਜਾਏ ਜਾਂ ਭੁਲੇਖਿਆਂ ਵਾਲਾ ਬਣ ਜਾਏ ਤਾਂ ਉਸ ਵੇਲੇ ਇਹ ਮਨ ਜਿਹੜਾ ਹੈ ਇਹ ਫਿਰ ਮਲੀਨ ਹੋ ਜਾਂਦਾ ਹੈ। ਤੇ ਮਲੀਨ ਮਨ ਦੇ ਨਾਲ ਕੀਤੀ ਹੋਈ ਕੋਈ ਬੇਨਤੀ ਅਰਦਾਸ ਨਾ ਪ੍ਰਵਾਨ ਹੁੰਦੀ ਹੈ। ਦੂਜੇ ਲਫ਼ਜ਼ਾਂ 'ਚ ਕਹਿਦੇ ਆ ਕਿ ਮਲੀਨ ਮਨ ਤਾਂ ਅਰਦਾਸ ਤੋਂ ਹੀ ਬੇਮੁਖ ਹੋ ਜਾਂਦਾ ਹੈ। ਦੂਜੇ ਲਫ਼ਜ਼ਾਂ 'ਚ ਮੈਂ ਇਹ ਲਫ਼ਜ਼ ਵਰਤਦਾ। ਜਦੋਂ ਇਸ ਦੁਵਿਧਾ ਵਿੱਚ ਫਸੇ ਹੋਏ ਮਨ ਨੂੰ ਕਿਸੇ ਮੁਸ਼ਕਲ ਵਿੱਚ ਫਸ ਜਾਂਦਾ ਹੈ, ਵਿਪਤਾ ਬਣ ਜਾਂਦੀ ਹੈ, ਕੋਈ ਚਾਰਾ ਨਾ ਚੱਲੇ ਤੇ ਭਾਵੇਂ ਉਹ ਰੱਬ ਅੱਗੇ ਅਰਜ਼ੋਈ ਕਰਨ ਲੱਗ ਪਵੇ, ਪਰ ਉਸ ਵੇਲੇ ਵੀ ਕਿਉਂਕਿ ਵਿਸ਼ਵਾਸ ਦੁਚਿੱਤੀਆਂ ਦੇ ਵਿੱਚ ਫਸਿਆ ਹੁੰਦਾ ਹੈ, ਸ਼ੰਕਾ ਵੀ ਦਿਲ ਵਿੱਚ ਵਰਤ ਰਹੀ ਹੁੰਦੀ ਹੈ ਕਿ ਵਾਹਿਗੁਰੂ ਤੈਨੂੰ ਅਸੀਂ ਕਦੀ ਵੇਖਿਆ ਤਾਂ ਹੈ ਨਹੀਂ, ਸੁਣਦੇ ਆ ਕਿ ਤੂੰ ਹੈ। ਇਹੋ ਜਿਹੀਆਂ ਵਿਚਾਰ ਵੀ ਸਾਡੇ ਮਨ 'ਚ ਆ ਜਾਂਦੇ, ਕਿਤੇ ਕਿ ਅਰਦਾਸ ਕਰੀਏ। ਉਹ ਵੀ ਤੇ ਪੁਰਾਣੇ ਗ੍ਰੰਥਾਂ ਕੋਲੋਂ ਜਾਂ ਲੋਕਾਂ ਕੋਲੋਂ ਸੁਣਿਆ ਤੂੰ ਹੈਗਾ, ਇਸ ਕਰਕੇ ਅਸੀਂ ਚੰਗੀ ਤਰ੍ਹਾਂ ਕਹਿ ਵੀ ਨਹੀਂ ਸਕਦੇ ਤੂੰ ਹੈ ਵੀ ਕਿ ਨਹੀਂ ਹੈ। ਪਹਿਲਾਂ ਤਾਂ ਇਹ ਸਾਡਾ ਇਹ ਭਰੋਸਾ ਨਹੀਂ ਬਣਦਾ ਜਿਹਦੇ ਕਿ ਅਸੀਂ ਅਰਦਾਸ ਕਰਦੇ ਹਾਂ। ਜਿਸ ਅੱਗੇ ਅਸੀਂ ਅਰਦਾਸ ਕਰਨੀ ਹੈ, ਅਰਦਾਸ ਪੂਰੀ ਕਿਉਂ ਨਹੀਂ ਹੁੰਦੀ? ਕਿਉਂ ਇਹ ਅਸਲ ਵਿੱਚ ਧਰਮ ਹੈ ਭਰੋਸਗੀ ਦੀ ਯਾਤਰਾ ਹੈ। ਇਹ ਧਰਮ ਭਰੋਸਗੀ ਦੀ ਯਾਤਰਾ ਹੈ। ਧਰਮ ਕੇਵਲ ਗਿਆਨ ਫੂਕਟ ਗਿਆਨ ਦਾ ਵਿਸ਼ਾ ਨਹੀਂ ਹੈ, ਇਹ ਭਰੋਸਗੀ ਦੀ ਯਾਤਰਾ। ਗਿਆਨ ਚਾਹੀਦਾ ਧਰਮ ਨੂੰ ਸਮਝਣ ਦੇ ਲਈ, ਲੇਕਿਨ ਗਿਆਨ ਤੱਕ ਸੀਮਤ ਰਹਿਣਾ ਤੇ ਅਗਲੀ ਗੱਲ ਨਾ ਸਮਝਣੀ, ਇਹ ਸਾਡੇ ਅੰਦਰ ਸ਼ਰਧਾ ਪੈਦਾ ਕਰ ਦਿੰਦਾ ਹੈ। ਤੇ ਅਸ਼ਰਧਾ ਦੇ ਵਸ ਹੋਏ ਹੋਏ ਦੇਖਣਾ, ਜਿਹੜਾ ਕਬੀਰ ਫਲ ਲਾਗੇ ਫਲਨ ਪਾਕਲ ਲਾਗੇ ਆਮ, ਜਾਏ ਪੂਛਿਓ ਖਸਮ ਕੋ बीच न खाई कांब। कभी कबीर जी का श्लोक पढ़ के देखिए। अशरदा बस हुए भूलिया मना, तेरा भी हाल उस टाणी न लगे अंब वर्गा है। टाणी दे मूल नालों तो हिल गया, दरख्त दे नालों कमजोर हो गया, पर लग्या होया ते पर लग्या होया भी वधदा फुलदा नहीं, ना ही उह च रस पैंदा है, ਉਹ ਅੰਦਰੋਂ ਅੰਦਰ ਹੀ ਮੁਰਝਾ ਜਾਂਦਾ ਹੈ
ਤੇ ਉਹ ਕਦੀ ਵੀ ਮਾਲਕ ਦੇ ਦਰ ਤੇ ਅੰਬ ਪਰਵਾਰ ਨਹੀਂ ਹੁੰਦਾ। ਤੇ ਸਾਡਾ ਹਾਲ ਵੀ ਕੁਛ ਟਾਹਣੀ ਨਾਲ ਲਟਕੇ ਹੋਏ ਉਸ ਅੰਬ ਵਰਗਾ ਹੈ। ਲੱਗਿਆ ਹੋਇਆ ਸਮਝਦੇ ਹਾਂ ਅਸੀਂ, ਲੱਗਿਆ ਹੋਇਆ, ਜੁੜਿਆ ਹੋਇਆ, ਪਰ ਅਸਲ ਵਿੱਚ ਜੁੜੇ ਹੋਏ ਦੇ ਵਿੱਚ ਤਰੇੜ ਪੈ ਚੁੱਕੀ ਹੈ। ਤੇ ਸ਼ੀਸ਼ੇ ਵਿੱਚ ਤਰੇੜ ਪੈ ਜਾਏ ਤੇ ਮੂੰਹ ਦੋ ਤਰ੍ਹਾਂ ਦੇ ਦਿਖਦੇ ਨੇ। ਬਿਲਕੁਲ ਅੱਜ ਸਾਡੇ ਮਨ ਦੇ ਸ਼ੀਸ਼ੇ ਵਿੱਚ ਤਰੇੜ ਪੈ ਗਈ, ਜਿਸ ਕਰਕੇ ਸਾਡਾ ਭਰੋਸਾ ਨਹੀਂ ਬਣਿਆ, ਸਾਡਾ ਵਿਸ਼ਵਾਸ ਜਿਹੜਾ ਹੈ ਨਹੀਂ ਬਣਿਆ। ਔਰ ਅਸੀਂ ਉਹੀ ਸਮਝਦੇ ਹਾਂ ਕਿ ਅਸੀਂ ਪਤਾ ਨਹੀਂ ਤੂੰ ਹੈਗਾ ਵੀ ਕਿ ਨਹੀਂ ਹੈਗਾ। ਪਰ ਹੁਣ ਕਰੀਏ ਕੀ? ਮੁਸੀਬਤ ਸਾਡੇ ਸਿਰ ਤੇ ਖੜੀ ਹੁੰਦੀ ਹੈ, ਅਕਲ ਚਤਰਾਈ ਸਾਡਾ ਸਾਥ ਨਹੀਂ ਦਿੰਦੀ, ਸਿਆਣਪ ਸਾਡੀ ਸਾਥ ਨਹੀਂ ਦਿੰਦੀ। ਹੁਣ ਬਸ ਇੱਕੋ ਹੀ ਢੰਗ ਹੈ ਸਾਡੇ ਕੋਲੋਂ ਵੀ ਚਲੋ ਹੋਰ ਨਹੀਂ ਕੋਈ ਚੱਲਦਾ ਚਾਰਾ ਤੇ ਉੱਥੇ ਅਰਦਾਸ ਹੀ ਕਰ ਲਈਏ। ਫਿਰ ਇੱਥੇ ਹਾਰ ਟੁੱਟ ਕੇ ਫਿਰ ਅਰਦਾਸ ਵਾਲੇ ਪਾਸੇ ਅਸੀਂ ਤੁਰ ਪੈਂਦੇ ਹਾਂ ਵੀ ਸ਼ਾਇਦ ਪਰਮਾਤਮਾ ਇਸ ਗੱਲ ਸੁਣ ਲਵੇ। ਤੇ ਕਈ ਵਾਰੀ ਅਸੀਂ ਏਦਾਂ ਵੀ ਕਹਿੰਦੇ ਰੱਬਾ ਜੇ ਤੂੰ ਹੈਗਾ ਹੀ ਹੈ ਤਾਂ ਫਿਰ ਬੋੜ। ਕਈ ਵਾਰੀ ਅਸੀਂ ਏਦਾਂ ਦੀ ਗੱਲ ਕਰਦੇ ਹਾਂ ਵੀ ਜੇ ਤੂੰ ਹੈਗਾ ਹੀ ਹੈ, ਇਹਦਾ ਮਤਲਬ ਸਾਡਾ ਭਰੋਸਾ ਨਹੀਂ ਵੀ ਉਹ ਹੈ। ਕਈ ਵਾਰੀ ਸਾਡੀ ਇਸ ਤਰ੍ਹਾਂ ਦੀ ਗੱਲ ਅਰਦਾਸ ਵੀ ਹੁੰਦੀ ਹੈ ਵੀ ਜੇ ਤੂੰ ਹੈ ਹੀ ਹੈ ਬਾਬਾ ਤਾਂ ਸਾਡੀ ਮਦਦ ਕਰ, ਪਰ ਤੂੰ ਕਿੱਥੇ ਹੋਣਾ, ਤੂੰ ਜਾਂ ਕਿਤੇ ਹੋਵੇਂ ਤਾਂ ਸਾਡੀ ਅਰਦਾਸ ਕਿੱਥੇ ਸੁਣ ਲੈ। ਇਸ ਢੰਗ ਨਾਲ ਅਸੀਂ ਗੱਲ ਕਰਦੇ ਹਾਂ ਵੀ ਜੇ ਤੂੰ ਹੈਗਾ ਤਾਂ। ਤੁਸੀਂ ਭਲਾ ਦੱਸੋ ਵੀ ਜੇ ਅਸੀਂ ਇਸ ਅਰਦਾਸ ਹੀ ਇਸ ਢੰਗ ਨਾਲ ਕਰਨੀ ਹੈ ਵੀ ਜੇ ਤੂੰ ਹੈਗਾ ਤਾਂ ਫਿਰ ਅਰਦਾਸ ਪੂਰੀ ਵੀ ਕਿੱਥੋਂ ਹੋਣੀ ਹੈ? ਜਾਂ ਇਹ ਕਹਿੰਦੇ ਆ ਵੀ ਅਸੀਂ ਜਦੋਂ ਸਾਰੇ ਪਾਸੇ ਅਸੀਂ ਹਾਰ ਜਾਂਦੇ ਹਾਂ ਤਾਂ ਫਿਰ ਅਸੀਂ ਅਰਦਾਸ ਦਾ ਪੱਲਾ ਫੜ ਲੈਂਦੇ ਹਾਂ। ਪਰ ਰਘਵੀਰ ਸਿੰਘ ਵੀਰ ਜੀ ਨੇ ਜਿਹੜੀ ਕਿਤਾਬ ਅਰਦਾਸ ਸ਼ਕਤੀ ਲਿਖੀ ਹੈ, ਉਹਦੇ ਐਡੀਸ਼ਨ 1949 ਚ ਛਪਿਆ ਸੀ, ਪੇਜ ਨੰਬਰ 14-15 ਦੇ ਉੱਤੇ ਉਹਨਾਂ ਨੇ ਇਹਦਾ ਜ਼ਿਕਰ ਕੀਤਾ ਸਾਰਾ ਇਸ ਅਵਸਥਾ ਦਾ। ਅਰਦਾਸ ਸ਼ਕਤੀ ਕਿਤਾਬ ਲਿਖੀ ਸਰ ਰਘਵੀਰ ਸਿੰਘ ਵੀਰ ਜੀ ਨੇ। ਕਾਫੀ ਕੁਛ ਉਹਦੇ 'ਚ ਵਧੀਆ ਚੀਜ਼ਾਂ ਜਿਹੜੀਆਂ ਨੇ ਉਹ ਲਿਖੀਆਂ ਹੋਈਆਂ ਨੇ। ਮੈਂ ਉਹ ਕਿਤਾਬ ਪੜ੍ਹੀ ਨੂੰ 20-25 ਸਾਲ ਹੋ ਗਏ, ਲੇਕਿਨ ਜੋ ਮੈਨੂੰ ਨੋਟ ਕੀਤਾ ਸੀ ਵੀ ਉਹਦੇ ਵਿੱਚ ਇਹ ਗੱਲਾਂ ਸਾਰੀਆਂ ਜਿਹੜੀਆਂ ਨੇ ਇਹ ਲਿਖੀਆਂ ਹੋਈਆਂ ਨੇ। ਹੁਣ ਇਹ ਸਵਾਲ ਹੋ ਗਿਆ ਵੀ ਇਹ ਸਾਡਾ ਜਿਹੜਾ ਸੰਸਾ ਬਣ ਗਿਆ ਹਟੇ ਕਿਵੇਂ? ਦੋ ਚਿੱਤੀਆਂ 'ਚ ਜਿਹੜਾ ਮਨ ਬਣ ਜਾਂਦਾ ਕਿਵੇਂ ਹਟੇ? ਕੇਵਲ ਸਹਿਜ ਹੀ ਹੈ ਜਿੱਥੇ ਇਹ ਸੰਸ਼ੇ ਮੁੱਕਦੇ ਹਨ। ਪਰ ਸਹਿਜ ਕਿਹੜੇ ਕਰਮਾਂ ਦੁਆਰਾ ਪੈਦਾ ਹੁੰਦੇ ਨੇ, ਕਿਵੇਂ ਮਿਲੇ? ਉਹਦੀ ਗੱਲ ਗੁਰੂ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਦੀ ਬਾਣੀ ਜਿਹੜਾ ਮੈਂ ਪ੍ਰਮਾਣ ਪਹਿਲਾਂ ਵਰਤਿਆ, ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ, ਰਹੇ ਕਰਮ ਕਮਾਏ। ਤੇ ਅਖੀਰ ਤੇ ਜਾ ਕੇ ਕਹਿੰਦੇ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਵ ਜਾਏ। ਇਹ ਸਹਿਸਾ ਇਹੋ ਜਾਂਦਾ ਹੈ ਜਦੋਂ ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਇਹ ਉਸ ਤਰ੍ਹਾਂ ਖਤਮ ਨਹੀਂ ਹੋ ਸਕਦਾ। ਗੱਲ ਸਮਾਪਤੀ ਵਾਲੇ ਪਾਸੇ ਇਧਰ ਨੂੰ ਤੁਰਾਂ ਵੀ ਸਤਿਗੁਰ ਦੀ ਸ਼ਰਨ ਪੈ ਕੇ ਉਸ ਦੇ ਸ਼ਬਦ ਨਾਲ ਜੁੜ ਕੇ ਹੀ ਅਸੀਂ ਆਪਣੇ ਮਨ ਨੂੰ ਅਰਦਾਸ ਕਰਨ ਲਈ ਤਿਆਰ ਕਰ ਸਕਦੇ ਹਾਂ। ਤੇ ਜਦੋਂ ਸਤਿਗੁਰ ਦੀ ਸ਼ਰਨ ਪੈ ਕੇ ਉਸ ਦੇ ਸ਼ਬਦ ਦੇ ਵਿੱਚ ਜੁੜ ਕੇ ਅਸੀਂ ਮਨ ਨੂੰ ਤਿਆਰ ਕਰ ਲੈਂਦੇ ਹਾਂ ਤਾਂ ਇਸ ਮਨ ਤਿਆਰ ਹੋਏ ਮਨ ਨਾਲ ਕੀਤੀ ਹੋਈ ਬੇਨਤੀ ਮਾਲਕ ਦੇ ਦਰ ਤੇ ਪ੍ਰਵਾਨ ਹੁੰਦੀ ਹੈ, ਪ੍ਰਵਾਨ ਹੋ ਜਾਂਦੀ ਹੈ। ਤੋ ਇਸ ਵਾਸਤੇ ਸਾਨੂੰ ਪਹਿਲਾਂ ਸਤਿਗੁਰ ਦੀ ਸ਼ਰਨ ਲੈ ਕੇ, ਗੁਰੂ ਦੀ ਸ਼ਰਨ ਵਿੱਚ ਗੁਰੂ ਵਾਲੇ ਬਣ ਕੇ ਉਹਦੇ ਸ਼ਬਦ ਨਾਲ ਜੁੜ ਕੇ ਹਮੇਸ਼ਾ ਹੀ ਉਸ ਪਰਮੇਸ਼ਰ ਦੇ ਉੱਤੇ ਭਰੋਸਾ ਰੱਖ ਕੇ ਇਹ ਚੱਲਣਾ ਚਾਹੀਦਾ ਹੈ। ਦੂਜੀ ਬੇਨਤੀ ਇਹ ਸੀ ਅਸ਼ਰਧਾ ਦੀ ਗੱਲ। ਦੂਜੀ ਬੇਨਤੀ ਕਿ ਨਿਰਾਸ਼ਤਾ। ਅਰਦਾਸ ਦੇ ਪੈਂਡੇ ਵਿੱਚ ਇੱਕ ਸਭ ਤੋਂ ਵੱਡੀ ਔਕੜ ਨਿਰਾਸ਼ਤਾ ਦੀ ਵੀ ਹੈ। ਆਮ ਤੌਰ ਦੇ ਉੱਤੇ ਇਹ ਔਕੜਾ, ਅਸਫਲਤਾਵਾਂ, ਨਿਰਾਸ਼ਤਾ ਜਿਹੜੀ ਹੈ ਇਹ ਹਾਰ ਤੋਂ ਬਾਅਦ ਪ੍ਰਾਪਤ ਹੁੰਦੀ ਹੈ। ਜਿੱਥੇ ਅਸੀਂ ਹਾਰ ਜਾਂਦੇ ਹਾਂ, ਨਿਰਾਸ਼ਤਾ ਉੱਥੋਂ ਪੈਦਾ ਹੁੰਦੀ ਹੈ। ਜਦੋਂ ਕੰਮ ਕੋਈ ਪੂਰਾ ਨਾ ਹੋਣਾ ਜਾਂ ਕਿਸ ਤਰ੍ਹਾਂ ਹੋਣਾ, ਜੇ ਇਸ ਮੌਕੇ ਦੇ ਉੱਤੇ ਬੰਦਾ ਸਾਵਧਾਨ ਨਾ ਹੋਵੇ ਤਾਂ ਨਿਰਾਸ਼ਤਾ ਅੰਦਰ ਵੱਧ ਜਾਂਦੀ। ਜਿਹਨੂੰ ਡਿਪਰੈਸ਼ਨ ਵੀ ਦੂਜੇ ਲਫ਼ਜ਼ਾਂ 'ਚ ਅਸੀਂ ਕਹਿ ਦਿੰਦੇ ਹਾਂ ਵੀ ਡਿਪਰੈਸ਼ਨ ਟਾਈਪ ਹੋ ਜਾਂਦਾ ਹੈ। ਮਨ ਨਾ ਸ਼ੁਕਰਾ ਹੋ ਜਾਂਦਾ ਹੈ। ਜਿਹੜਾ ਮਨ ਹੈ ਇਹ 'ਚ ਸ਼ੁਕਰ ਦੀ ਭਾਵਨਾ ਹੀ ਖਤਮ ਹੋ ਜਾਂਦੀ ਹੈ। ਕਈ ਵਾਰ ਤਾਂ ਰੱਬ ਨੂੰ ਉਲਾਮੇ ਦੇਣ ਵਾਲੇ ਪਾਸੇ ਵੀ ਤੁਰ ਜਾਂਦਾ ਹੈ। ਪਰ ਮੈਂ ਇੱਕ ਬੇਨਤੀ ਕਰਾਂ, ਉਲਾਮੇ ਦੇਣੇ ਜਿਹੜੇ ਹਨ ਇਹ ਸਿੱਖੀ ਦਾ ਮਾਰਗ ਨਹੀਂ ਹੈ।
ਕਿਉਂਕਿ ਗੁਰੂ ਸਾਹਿਬ ਜੀ ਨੇ ਨਟ ਨਾਰਾਇਣ ਦੇ ਵਿੱਚ ਇਹ ਗੱਲ ਸਮਝਾਈ ਹੈ, ਉਲਾਹਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਕਿਉਂ ਲਾਮੇ ਦੇਵਾਂ? ਉਲਾਹਨੇ ਤਾਂ ਮੈਂ ਦੇਣੇ ਹੀ ਨਹੀਂ ਚਾਹੀਦੇ। ਲਾਮਾ ਕਿਉਂ ਦੇਵਾਂ? ਉਲਾਹਨੋ ਮੈਂ ਕਾਹੂ ਨਾ ਦਿਓ, ਕਿਉਂ ਲਾਮਾ ਦੇਵਾਂ? ਤਾਂ ਗੁਰਮਤਿ ਦਾ ਮਾਰਗ ਉਲਾਮੇ ਦੇਣਾ ਨਹੀਂ ਹੈ। ਇਹ ਵੀ ਗੱਲ ਸਾਨੂੰ ਪਹਿਲਾਂ, ਉਲਾਮੇ ਹਮੇਸ਼ਾ ਨਿਰਾਸ਼ਤਾ ਵਿੱਚੋਂ ਪੈਦਾ ਹੁੰਦੇ ਨੇ। ਉਲਾਮਾ ਜਿਹੜਾ ਹੈ ਹਮੇਸ਼ਾ ਨਿਰਾਸ਼ਤਾ ਵਿੱਚੋਂ ਪੈਦਾ ਹੁੰਦਾ ਹੈ, ਤੇ ਨਿਰਾਸ਼ਤਾ ਹੋਏਗੀ ਤਾਂ ਉਲਾਮੇ ਨਿਕਲਣਗੇ। ਜਦੋਂ ਸਾਨੂੰ ਮਨ ਨਿਰਾਸ਼ਤਾ ਹੋਏਗੀ ਨਹੀਂ, ਫਿਰ ਸ਼ੁਕਰਾਨੇ ਵਿੱਚ ਚਲਾ ਜਾਏਗਾ। ਉਲਾਮੇ ਦੇਣ ਦਾ ਜਾਂ ਅਸੀਂ ਕਹਿ ਲਈਏ ਵਿਰੋਧੀ ਬੋਲ ਬੋਲਣ ਦਾ ਇੱਕੋ ਹੀ ਅਰਥ ਇਹ ਹੈ ਕਿ ਰੱਬ ਸਾਡੀਆਂ ਇੱਛਾਵਾਂ ਪੂਰੀਆਂ ਕਰਦਾ ਰਹੇ ਤਾਂ ਠੀਕ ਹੈ, ਨਾ ਕਰੇ ਤਾਂ ਉਹ ਤੰਗ ਦਿਲ ਹੈ, ਰੱਬ ਹੈ ਹੀ ਨਹੀਂ, ਰੱਬ ਨੂੰ ਸੁਣਦਾ ਹੀ ਨਹੀਂ, ਉਹ ਅਨਿਆਈ ਹੈ, ਉਹ ਤਾਂ ਜਰਵਾਣਾ ਹੈ, ਜ਼ੁਲਮ ਕਰਨ ਵਾਲਾ ਹੈ। ਫਿਰ ਅਸੀਂ ਉਸ ਤੋਂ ਬਾਗੀ ਹੋ ਜਾਂਦੇ ਹਾਂ। ਇਹ ਸਾਡੇ ਉਲਾਮਿਆਂ ਵਿੱਚੋਂ ਸਾਡੀ ਅਵਸਥਾ ਬਣਦੀ ਹੈ ਜਦੋਂ ਅਸੀਂ ਉਲਾਮੇ ਦੇਣ ਦੀ ਗੱਲ ਕਰਦੇ ਹਾਂ। ਪਰ ਦੱਸੋ ਵੀ ਸਾਨੂੰ ਸਮਝਾਏ ਕੌਣ ਇਹ ਗੱਲ ਕਿ ਦੁੱਖ ਤੇ ਸੁੱਖ ਦੋਨੇ ਹੀ ਸੰਸਾਰ ਦੇ ਜੀਵਨ ਦੇ ਵਿੱਚ ਵਿਚਰਦੇ ਹਨ। ਪਹਿਨ ਦੇ ਕੱਪੜੇ ਹਨ, ਕਿੰਨੇ ਜ਼ਰੂਰੀ ਹਨ। ਕਦੀ ਹੁੰਦਾ ਸਾਰੀ ਜ਼ਿੰਦਗੀ ਬੰਦਾ ਸੁੱਖਾਂ ਵਿੱਚ ਬਤੀਤ ਕਰੇ? ਨੈਵਰ। ਕਦੀ ਹੋਇਆ ਸਾਰੀ ਜ਼ਿੰਦਗੀ ਦੁੱਖਾਂ ਵਿੱਚ ਪਿਆਰ ਹੋਵੇ? ਨੈਵਰ। ਇਸ ਜੀਵਨ ਦੀ ਯਾਤਰਾ ਵਿੱਚ ਦੁੱਖ ਵੀ ਆਉਣੇ ਨੇ, ਸੁੱਖ ਵੀ ਆਉਣੇ ਨੇ। ਗੁਰਬਾਣੀ ਨੇ ਇਹਨਾਂ ਦਾ ਤਾਂ ਜ਼ਿਕਰ ਜਦੋਂ ਕੀਤਾ, ਸੁੱਖ ਦੋਏ ਘਰ ਕੱਪੜੇ ਪਹਿਨੇ ਜਾਏ ਮਨੁੱਖ, ਮਾਝ ਦੀ ਵਾਰ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੇ ਇਹਦੀ ਗੱਲ ਜਿਹੜੀ ਕੀਤੀ ਵੀ ਇਹ ਤਾਂ ਮਨੁੱਖਾ ਜੰਮਾ ਲੈ ਕੇ ਇਹ ਤਾਂ ਪਹਿਣੇ ਹੀ ਨੇ, ਇਹ ਤਾਂ ਪਾਉਣੇ ਹੀ ਨੇ। ਇੱਥੇ ਅਸੀਂ ਗੱਲ ਸਮਝਦੇ ਹਾਂ ਵੀ ਸਾਨੂੰ ਦੁੱਖ ਜਿਹੜਾ ਅਸਲ 'ਚ ਜ਼ਿਆਦਾ ਪਿੰਚ ਕਰਦਾ, ਸੁੱਖ ਸਾਨੂੰ ਯਾਦ ਨਹੀਂ ਹੁੰਦਾ। ਦਿੱਤੀਆਂ ਹੋਈਆਂ ਦਾਤਾਂ, ਇਹ ਰੋਗ ਸਰੀਰ ਜਿਹੜਾ ਸਾਡੇ ਸਾਹਮਣੇ ਅੱਜ ਬੈਠਾ ਹੋਇਆ, ਇਹ ਮੇਰੇ ਮਾਲਕ ਦੀ ਦਾਤ ਹੈ। ਕਦੀ ਸ਼ੁਕਰਾਨਾ ਕਰਕੇ ਦੇਖ, ਜਿਹੜੀਆਂ ਦਾਤਾਂ ਉਹਨੇ ਤੈਨੂੰ ਦਿੱਤੀਆਂ, ਦੇਖਣ ਲਈ ਅੱਖਾਂ ਦਿੱਤੀਆਂ, ਨਾ ਦਿੰਦਾ ਕੁਛ ਨਹੀਂ ਸੀ ਵਿਗਾੜ ਸਕਦਾ। ਚੱਲਣ ਲਈ ਪੈਰ ਦਿੱਤੇ, ਨਾ ਦਿੰਦਾ ਕੁਛ ਨਹੀਂ ਸੀ ਵਿਗਾੜ ਸਕਦਾ। ਸੁਣਨ ਲਈ ਕੰਨ ਦਿੱਤੇ, ਸ਼ਕਤੀ ਨਾ ਦਿੰਦਾ ਕੁਝ ਨਹੀਂ ਸੀ ਵਿਗਾੜ ਸਕਦਾ। ਭਲਿਆ ਦੇਖ ਤੈਨੂੰ ਕਿੰਨਾ ਕੁਛ ਉਸਨੇ ਦਿੱਤਾ। ਬੋਲਣ ਦੀ ਜ਼ੁਬਾਨ ਦਿੱਤੀ, ਅੱਖਾਂ, ਨੱਕ, ਕੰਨ ਸਭ ਕੁਝ ਦਿੱਤੇ, ਤਾਂ ਆਪਣੇ ਜ਼ਿੰਦਗੀ ਦੀ ਘਾਟ ਤਾਂ ਘੱਟ ਦੇਖ ਕਿੰਨੀ ਕਮਾਲ ਦੀ ਘਾਟ ਹੈ। ਗੁਰੂ ਸਾਹਿਬ ਇਹਨੂੰ ਯਾਦ ਕਰਾਉਂਦੇ, ਕਹਿੰਦੇ ਰਮਈਆ ਕੇ ਗੁਣਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜੰਤੂ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਹਦੇ ਉਭਾਰਿਆ। ਕਹਿੰਦੇ ਦੇਖ ਤਾਂ ਸਹੀ, ਸੁਖਮਣੀ ਦੀ ਬਾਣੀ ਅਸੀਂ ਪੜ੍ਹਦੇ ਹਾਂ। ਜਾਂ ਅਸੀਂ ਇਹ ਕਹਿ ਲਈਏ ਜੀਵਨ ਦੇ ਵਿੱਚ ਭਲੇ ਇਹ ਸਮਝ ਵੀ ਦੁੱਖ ਜਿਹੜੇ ਨੇ ਇਹ ਇੱਕ ਸਦਾਚਾਰ ਜ਼ਿੰਦਗੀ ਜਿਉਣ ਦਾ ਸੋਮਾ ਹੈ, ਜਿਹੜਾ ਦੁੱਖ ਹੈ। ਪਰ ਅਸੀਂ ਅਰਦਾਸ ਵਿੱਚ ਕਦੀ ਦੁੱਖ ਨਹੀਂ ਮੰਗਿਆ, ਕਦੀ ਨਹੀਂ ਮੰਗਦੇ। ਹਮੇਸ਼ਾ ਸੁੱਖਾਂ ਦੀ ਕਾਮਨਾ ਹੈ, ਅਰਜ਼ੀਨਾਮਾ ਐਪਲੀਕੇਸ਼ਨ ਦੇ ਹੀ ਰੱਖਦੇ ਆ ਪਰਮੇਸ਼ਰ ਦੇ ਅੱਗੇ, ਸੁੱਖਾਂ ਦੀ ਐਪਲੀਕੇਸ਼ਨ ਹੀ ਅਸੀਂ ਦਿੰਦੇ ਹਾਂ। ਦੇ ਦੁੱਖਾ ਜਾਏ ਤਾਂ ਰੱਬ ਦੇ ਅੱਗੇ ਅਸੀਂ ਇਹ ਕਹਿ ਲਓ ਵੀ ਜ਼ੋਰ ਨਾਲ ਵੀ ਰੱਬ ਨੂੰ ਮਨਾਉਣਾ ਚਾਹੁੰਦੇ ਹਾਂ, ਪਰ ਰੱਬ ਜ਼ੋਰ ਨਾਲ ਨਹੀਂ ਮੰਨਦਾ। ਇਹ ਗੱਲ ਖਿਆਲ ਕਰਨਾ, ਉਹਦੇ ਅੱਗੇ ਤਾਂ ਹੁਕਮ ਨਹੀਂ ਚੱਲਦਾ, ਬੇਨਤੀ ਚੱਲਦੀ ਹੈ। ਆਸਾ ਕੀ ਵਾਰ 'ਚ ਪੜ੍ਹਦੇ ਆ, ਸਾਹਿਬ ਸੇਤੀ ਹੁਕਮ ਨਾ ਚੱਲੇ, ਕਹੀ ਬਣੇ ਅਰਦਾਸ। ਮੇਰੇ ਮਾਲਕ ਦੇ ਅੱਗੇ ਹੁਕਮ ਨਹੀਂ ਚੱਲਦਾ, ਉੱਥੇ ਨਿਮਾਣਾ ਬਣ ਕੇ ਬੇਨਤੀ ਕਰਨੀ ਪੈਂਦੀ ਹੈ। ਪਰ ਨਿਰਾਸ਼ਤਾ ਹੁੰਦੀ ਹੈ ਕਿਉਂਕਿ ਅਸੀਂ ਸਭ ਕੁਝ ਹਾਰੇ ਹੋਏ ਹੁੰਦੇ ਹਾਂ। ਅਸੀਂ ਆਪਣਾ ਮਾਨਸਿਕ ਸੰਤੁਲਨ ਜਾਂ ਜਿਹਨੂੰ ਮੈਂਟਲ ਉਹ ਵੀ ਗਵਾ ਲੈਂਦੇ ਹਾਂ, ਤੇ ਫਿਰ ਵਿਗੜੇ ਹੋਏ ਬੱਚਿਆਂ ਵਾਂਗੂ ਅਸੀਂ ਪਿਤਾ ਦੇ ਨਾਲ ਹੀ ਫਿਰ ਟੱਕਰ ਲੈਣੀ ਸ਼ੁਰੂ ਕਰ ਦਿੰਦੇ ਹਾਂ। ਜਿਵੇਂ ਵਿਗੜਿਆ ਹੋਏ ਬਾਲ, ਵਿਗੜੇ ਹੋਏ ਔਲਾਦ ਆਪਣੇ ਮਾਂ-ਬਾਪ ਨੂੰ ਟਿੱਚ ਸਮਝਦੀ ਹੈ, ਬਿਲਕੁਲ ਅਸੀਂ ਇਸੇ ਤਰ੍ਹਾਂ ਹੀ ਆਪਣੇ ਪਰਮ ਪਿਤਾ ਪਰਮੇਸ਼ਰ ਨੂੰ ਵੀ ਟਿੱਚ ਜਿਹਾ ਸਮਝਦੇ ਹਾਂ, ਟਿੱਚ ਜਿਹਾ ਜਾਣਦੇ ਹਾਂ। ਇਸ ਅਵਸਥਾ ਵਿੱਚ ਜਦੋਂ ਟਿੱਚ ਜਾਣ ਕੇ ਕੋਈ ਬੇਨਤੀਆਂ ਕਰੀ ਵੀ ਜਾਈਏ ਤਾਂ ਉਹਦੇ ਵਿੱਚੋਂ ਕੁਝ ਵੀ ਸਾਨੂੰ ਪ੍ਰਾਪਤ ਨਹੀਂ ਹੁੰਦਾ। ਫਿਰ ਬੇਨਤੀ ਕਰਦਾ ਵੀ ਇਹ ਅਵਸਥਾ ਉਦੋਂ ਬਣਦੀ ਜਦੋਂ ਕਿਤੇ ਸਾਡੀ ਬੇਨਤੀ ਸੁਣੀ ਨਾ ਗਈ ਹੋਵੇ, ਅਰਦਾਸ ਸੁਣੀ ਨਾ ਗਈ ਹੋਵੇ। ਕਈ ਵਾਰੀ ਸਾਨੂੰ ਇਹ ਨਿਰਾਸ਼ਤਾ ਬੇਮੁਖ ਕਰ ਦਿੰਦੀ ਹੈ ਪਰਮੇਸ਼ਰ ਤੋਂ।
ਬੇਮੁਖ ਹੋਣ ਦੀ ਥਾਂ ਤੇ ਜੇ ਅਸੀਂ ਕਿਤੇ ਇਹ ਵਿਚਾਰ ਕਰ ਲਈਏ ਕਿ ਸਾਡੀਆਂ ਅਰਦਾਸਾਂ ਪ੍ਰਵਾਨ ਕਿਉਂ ਨਹੀਂ ਹੋਈਆਂ, ਜਾਂ ਜੇ ਹੋ ਜਾਂਦੀ ਤਾਂ ਉਹਦਾ ਕੀ ਨੁਕਸਾਨ ਹੋ ਜਾਂਦਾ। ਭਾਵੇਂ ਬੰਦੇ ਨੂੰ 5-7 ਸਾਲ ਦਾ ਬਾਅਦ ਜੀਵਨ 'ਚ ਸਮਝ ਆਈ ਜਾਂਦੀ ਹੈ ਵੀ ਜੇ ਉਸ ਵੇਲੇ ਮੇਰੀ ਅਰਦਾਸ ਪੂਰੀ ਹੋ ਜਾਂਦੀ ਤਾਂ ਇੰਨਾ ਕੁ ਨੁਕਸਾਨ ਅੱਜ ਮੇਰੀ ਜ਼ਿੰਦਗੀ 'ਚ ਹੋ ਜਾਣਾ ਸੀ। ਕਈ ਵਾਰੀ ਬੰਦਾ ਇਹਦਾ ਜਵਾਬ ਆਪਣੇ ਆਪ ਹੀ ਮਿਲ ਜਾਂਦਾ ਹੈ। ਪਰ ਕਿਉਂਕਿ ਅਸੀਂ ਬੇਮੁਖਤਾ ਦੀ ਪੌੜੀ ਤੇ ਜਲਦੀ ਚੜ੍ਹ ਜਾਂਦੇ ਹਾਂ, ਇਸ ਵਾਸਤੇ ਸਾਡਾ ਉਹ ਜਿਹੜਾ ਅਰਦਾਸ ਦਾ ਸੰਕਲਪ ਹੈ ਅੰਦਰੋਂ ਲਗਭਗ ਖਤਮ ਹੀ ਹੋ ਜਾਂਦਾ ਹੈ। ਮੈਂ ਬੇਨਤੀ ਕਰ ਰਿਹਾ ਵੀ ਜੇ ਅਸੀਂ ਬੇਮੁਖ ਹੋਣ ਦੀ ਥਾਂ ਤੇ ਵਿਚਾਰ ਕਰੀਏ ਕਿ ਸਾਡੀ ਅਰਦਾਸਾਂ ਪ੍ਰਵਾਨ ਕਿਉਂ ਨਹੀਂ ਹੋਈਆਂ, ਸਾਡੇ 'ਚ ਕੀ ਕਮੀ ਹੈ, ਕਮੀ ਸਾਡੇ ਵਿੱਚ ਹੈ, ਸੁਣਨ ਵਾਲੇ ਵਿੱਚ ਕੋਈ ਕਮੀ ਨਹੀਂ ਹੈ, ਤਾਂ ਫਿਰ ਸਾਡਾ ਸਦਾਚਾਰਕ ਸਾਨੂੰ ਅੰਦਰੋਂ ਲਾਭ ਜਿਹੜਾ ਮਿਲ ਸਕਦਾ ਹੈ। ਸ਼ਾਇਦ ਸਾਡੀਆਂ ਕਈ ਅਚਾਨਕ ਕਮੀਆਂ, ਸਾਡੇ ਜੀਵਨ ਦੇ ਢੰਗ ਦੀਆਂ ਤਰੁੱਟੀਆਂ ਸ਼ਾਇਦ ਸਾਨੂੰ ਕਿਤੇ ਨਜ਼ਰੀ ਪੈ ਜਾਣ ਜਦੋਂ ਅਸੀਂ ਆਤਮ ਪੜਚੋਲ ਦੀ ਗੱਲ ਜਿਹੜੀਆਂ ਉਹ ਕਰਦੇ ਹਾਂ। ਤਾਂ ਆਤਮ ਪੜਚੋਲ ਬੜੀ ਜ਼ਰੂਰੀ ਚੀਜ਼ ਹੈ। ਅਰਦਾਸ ਦੀ ਗੱਲ ਕਰਨ ਤੋਂ ਪਹਿਲਾਂ ਸਾਨੂੰ ਇਹ ਵੀ ਕਿਤੇ ਸਮਝ ਆ ਜਾਏਗੀ ਕਿ ਅਸੀਂ ਵਿਸ਼ਵਾਸ ਤੋਂ ਪਰੇ ਜਾ ਕੇ ਅਰਦਾਸ ਸਿਦਕ ਤੋਂ ਥਿੜਕ ਕੇ ਕੀਤੀ ਹੈ। ਇਹ ਗੱਲ ਫਿਰ ਸਾਨੂੰ ਸਮਝ ਆ ਜਾਏਗੀ ਜੇ ਅਸੀਂ ਅੰਦਰ ਝਾਤ ਮਾਰਾਂਗੇ ਤਾਂ ਥਿੜਕ ਕੇ ਸਾਡੀ ਅਰਦਾਸ ਹੋਈ ਹੈ। ਸ਼ਾਇਦ ਇਹ ਸਾਨੂੰ ਦਿਸੀ ਪਵੇ ਕਿ ਸਾਡੀ ਅਰਦਾਸ ਵਿੱਚ ਨਿਰਾ ਸਵਾਰਥ ਹੀ ਸਵਾਰਥ ਸੀ। ਅਸੀਂ ਦੂਜੇ ਦਾ ਵਿਗਾੜਨ ਲਈ ਤੇ ਆਪਣੇ ਸਵਾਰਥ ਲਈ ਅਰਦਾਸ ਕੀਤੀ ਹੈ। ਇਹ ਸ਼ਾਇਦ ਸਾਨੂੰ ਪਤਾ ਲੱਗ ਜਾਏ। ਸਾਡੇ ਇਹ ਵੀ ਸਮਝ ਆ ਜਾਏਗੀ ਕਿ ਸ਼ਾਇਦ ਸਾਡੇ ਅਰਦਾਸ ਵਿੱਚ ਇੱਕ ਅਨਿਆਂ ਦੀ ਜਿਹੜੀ ਝਲਕ ਹੈ ਉਹ ਨਜ਼ਰ ਆਉਂਦੀ ਹੈ। ਇਹ ਵੀ ਸਾਨੂੰ ਸਮਝ ਆ ਜਾਏਗੀ। ਸ਼ਾਇਦ ਸਾਡੇ ਅਰਦਾਸ ਵਿੱਚ ਪਰਾਇਆ ਹੱਕ ਮਾਰਨ ਦੀ ਇੱਛਾ ਝਲਕ ਰਹੀ ਸੀ। ਇਹ ਵੀ ਗੱਲ ਸਾਨੂੰ ਸਮਝ ਆ ਜਾਏਗੀ। ਇਹ ਜਿਹੜੀਆਂ ਸਾਡੇ ਅਸਲ ਜਿਹੜੀਆਂ ਸਾਡੀਆਂ ਕਮਜ਼ੋਰੀਆਂ ਸਾਨੂੰ ਇਹ ਗੱਲਾਂ ਦੇਖਣ ਨਹੀਂ ਦਿੰਦੀਆਂ, ਜਿਹੜੀਆਂ ਸਾਡੀਆਂ ਆਪਣੀਆਂ ਕਮਜ਼ੋਰੀਆਂ ਨੇ। ਪਰ ਜਦੋਂ ਅਸੀਂ ਅੰਦਰ ਝਾਤ ਮਾਰਾਂਗੇ ਤਾਂ ਮੇਰਾ ਪੂਰਾ ਵਿਸ਼ਵਾਸ ਹੈ ਕਿ ਸਾਨੂੰ ਫਿਰ ਅਰਦਾਸ ਦੇ ਉੱਤੇ ਵਿਸ਼ਵਾਸ, ਵਧੇਰੀ ਤਾਕਤ, ਵਧੇਰਾ ਭਰੋਸਾ ਬਣਦਾ ਜਾਏਗਾ ਜਦੋਂ ਅਸੀਂ ਆਪਣੀਆਂ ਕਮੀਆਂ ਜਾਂ ਕਮਜ਼ੋਰੀਆਂ ਨੂੰ ਅੰਦਰ ਵਾਚਦੇ ਰਵਾਂਗੇ। ਜੇ ਸੱਚਮੁੱਚ ਸਾਡੀਆਂ ਅਰਦਾਸਾਂ ਨਹੀਂ ਸੁਣੀਆਂ ਜਾਂਦੀਆਂ ਤੇ ਇਹਦੇ ਕਈ ਕਾਰਨ ਹੋ ਸਕਦੇ ਹਨ। ਹੋ ਸਕਦਾ ਹੈ ਕਿ ਸਾਨੂੰ ਆਪਣੀ ਅਰਦਾਸ ਦੇ ਮਨੋਰਥ ਤੇ ਸ਼ੱਕ ਹੋਵੇ। ਇਹ ਵੀ ਹੋ ਸਕਦਾ ਹੈ ਕਿ ਸਾਡੀਆਂ ਇਛਾਵਾਂ ਕਿਸੇ ਇਹ ਖਾਸ ਦ੍ਰਿਸ਼ਟੀਕੋਣ ਤੋਂ ਸਾਡੇ ਲਈ ਹਾਨੀਕਾਰਕ ਵੀ ਹੋਣ, ਪਰ ਸਾਨੂੰ ਉਹਦਾ ਪਤਾ ਹੀ ਨਾ ਹੋਵੇ, ਸਾਨੂੰ ਜਾਣਕਾਰੀ ਨਾ ਹੋਵੇ। ਇਹ ਵੀ ਹੋ ਸਕਦਾ। ਇਸ ਗੱਲ ਦਾ ਵੀ ਸਾਨੂੰ ਕਰਨਾ ਚਾਹੀਦਾ ਹੈ। ਇਹ ਵੀ ਹੋ ਸਕਦਾ ਹੈ ਕਿ ਅਜੇ ਸਾਨੂੰ ਅਰਦਾਸ ਕਰਨ ਦੀ ਜਾਂਚ ਹੀ ਨਾ ਆਈ ਹੋਵੇ। ਇਹ ਵੀ ਗੱਲ ਹੋ ਸਕਦੀ ਹੈ। ਅਰਦਾਸ ਦਾ ਮੰਤਵ ਵਾਹਿਗੁਰੂ ਨੂੰ ਆਪਣੀਆਂ ਲੋੜਾਂ ਦੀ ਸੂਚੀ ਸੁਣਾਉਣਾ ਨਹੀਂ ਹੈ, ਜਿਹੜੀ ਅਸੀਂ ਗੁਰਦੁਆਰਿਆਂ ਵਿੱਚ ਵੀ ਸੁਣਾਉਂਦੇ ਹਾਂ। ਆਪਣੀਆਂ ਲੋੜਾਂ ਦੀ ਸੂਚੀ ਸੁਣਾਉਣਾ ਨਹੀਂ ਹੈ। ਇੱਕ ਲਿਸਟ ਬਣਾ ਲਈ ਤੇ ਅਰਦਾਸ ਦੀ ਆਪਣੀਆਂ ਲੋੜਾਂ, ਇਹ ਅਰਦਾਸ ਦਾ ਮੰਤਵ ਨਹੀਂ ਹੈ। ਇਹ ਸੂਚੀ ਦਾ ਤਾਂ ਮੇਰੇ ਮਾਲਕ ਨੂੰ ਪਹਿਲਾਂ ਹੀ ਪਤਾ ਹੈ। ਇਹ ਭਰੋਸਾ ਰੱਖਣਾ ਚਾਹੀਦਾ ਹੈ ਵੀ ਜਿਹੜੀ ਲਿਸਟ ਅਸੀਂ ਬਣਾ ਕੇ ਬੈਠੇ ਆ, ਇਹ ਮਾਲਕ ਤਾਂ ਪਹਿਲਾਂ ਹੀ ਜਾਣਦਾ ਹੈ। ਅਰਦਾਸ ਤਾਂ ਵਾਹਿਗੁਰੂ ਜੀ ਅੱਗੇ ਆਪਣਾ ਦਿਲ ਫੋਲਣ ਲਈ ਕੀਤੀ ਜਾਂਦੀ ਹੈ। ਜੇਕਰ ਅਸੀਂ ਆਪਣਾ ਹਿਰਦਾ ਵਾਹਿਗੁਰੂ ਦੇ ਅੱਗੇ ਨੰਗਾ ਹੀ ਨਹੀਂ ਕੀਤਾ, ਖੋਲ ਕੇ ਦੱਸਿਆ ਹੀ ਨਹੀਂ, ਆਪਣੇ ਅੰਦਰ ਦੀ ਵੇਦਨਾ ਨੂੰ ਛੁਪਾਉਣਾ ਚਾਹੁੰਦੇ ਆ, ਤਾਂ ਫਿਰ ਅਸੀਂ ਅਜੇ ਅਰਦਾਸ ਨਹੀਂ ਕੀਤੀ। ਇਸ ਲਈ ਨਿਰਾਸ਼ਤਾ ਸਾਡੇ ਪੱਲੇ ਪਵੇਗੀ। ਤਾਂ ਅੰਦਰ ਦਾ ਖੁੱਲ ਕੇ ਆਪਣੇ ਅੱਗੇ ਰੱਖਣੀਆਂ ਜਿਹੜਾ ਪਰਮੇਸ਼ਰ ਦੇ ਅੱਗੇ ਰੱਖਣੀ ਚਾਹੀਦੀ ਅਰਦਾਸ ਕਰਨ ਦੇ ਵੇਲੇ, ਜੋ ਸਾਡੇ ਅੰਦਰ ਦੀ ਭਾਵਨਾ ਹੈ। ਨਿਰਾਸ਼ਤਾ ਵੇਲੇ ਅਰਦਾਸ ਜਿਹੜੀ ਹੈ ਉਹ ਸਾਨੂੰ ਇਹ ਵੀ ਮੈਂ ਬੇਨਤੀ ਕਰਦਾ ਵੀ ਜੇ ਨਿਰਾਸ਼ਤਾ ਵੀ ਹੈ ਤਾਂ ਫਿਰ ਵੀ ਅਰਦਾਸ ਕਰੀਏ, ਤਾਂ ਫਿਰ ਉਹ ਸਾਨੂੰ ਥੋੜਾ ਬਹੁਤਾ ਨਾ ਸ਼ੁਕਰੇ ਹੋਣ ਤੋਂ ਬਚਾ ਸਕਦੀ ਹੈ। ਸਿਦਕ ਨੂੰ ਹੋਰ ਵੱਧ ਸਾਵਧਾਨ ਹੋ ਕੇ ਗੱਲ ਕਰੀਏ, ਸੁਚੇਤ ਹੋ ਕੇ ਅਰਦਾਸ ਕਰੀਏ, ਸੀਨਾ ਖੋਲ ਕੇ ਅਕਾਲ ਪੁਰਖ ਅੱਗੇ ਰੱਖ ਦਈਏ, ਗੁਰੂ ਦੇ ਅੱਗੇ ਰੱਖ ਦਈਏ। ਉਸ ਦੀ ਤਾਕਤ ਨੂੰ ਤੇ ਆਪਣੀਆਂ ਊਨਤਾਈਆਂ ਨੂੰ ਹਮੇਸ਼ਾ ਅਸੀਂ ਜਾਣਦੇ ਰਹੀਏ। ਉਸ ਦੀ
ਬੇਅੰਤਤਾ, ਉਸਦੀ ਅਨੰਤਤਾ ਤੇ ਆਪਣੀ ਥੋੜ ਦੇ ਲਈ ਜਾਂ ਸੀਮਾਬੱਧਤਾ, ਇਹਦਾ ਵੀ ਹਮੇਸ਼ਾ ਗਿਆਨ ਰੱਖੀਏ। ਸਾਡੀ ਸੀਮਾ ਕੀ ਹੈ? ਜਦੋਂ ਅਸੀਂ ਇਸ ਢੰਗ ਦੇ ਨਾਲ ਹੀ ਚੱਲਾਂਗੇ ਤਾਂ ਫਿਰ ਦੇਖੋ ਅੰਦਰ ਕਲਾ ਵਰਤਦੀ ਹੈ ਕਿ ਨਹੀਂ ਵਰਤਦੀ। ਅਰਦਾਸ ਦੀ ਸਫਲਤਾ ਦਾ ਮੂਲ ਆਧਾਰ ਪ੍ਰਭੂ ਦੇ ਨਾਲ ਪਿਆਰ ਹੈ। ਪ੍ਰਭੂ ਦੇ ਅੱਗੇ ਨਿਮਕ ਨਮਸਕਾਰ ਹਰ ਵੇਲੇ ਕਰਨੀ, ਪ੍ਰਭੂ ਦਾ ਆਗਿਆਕਾਰੀ ਬਣ ਕੇ ਆਪਣੀ ਅਰਜ਼ੋਈ ਉਸ ਮਾਲਕ ਦੇ ਅੱਗੇ ਹਮੇਸ਼ਾ ਰੱਖਣੀ। ਇਹ ਅਰਦਾਸ ਦਾ ਮੇਨ ਮਕਸਦ ਹੈ। ਕਿਸ ਢੰਗ ਦੇ ਨਾਲ? ਇਹ ਗੱਲ ਕਹਿ ਕੇ, ਮੈਂ ਤਾਂ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਕਿਉਂ ਕਰ? ਇਹ ਜਦੋਂ ਅਸੀਂ ਅਰਦਾਸ ਕਰਾਂਗੇ, ਉਸ ਤੇ ਭਰੋਸਾ, ਉਸ ਤੇ ਵਿਸ਼ਵਾਸ ਰੱਖ ਕੇ ਜਦੋਂ ਹੋਰ ਥਾਂ ਨਾਮ ਦੀ ਗੱਲ ਕਰਾਂਗੇ ਤਾਂ ਫਿਰ ਸਾਨੂੰ ਮਨ ਭਾਉਂਦੀ ਜਿਹੜੀ ਚੀਜ਼ ਹੈ ਉਹ ਮਿਲ ਜਾਂਦੀ ਹੈ। ਅਰਦਾਸ ਦੀ ਸਫਲਤਾ ਦਾ ਮੂਲ ਕਾਰਨ ਪਰਮੇਸ਼ਰ ਨੂੰ ਹਰ ਵੇਲੇ ਹਾਜ਼ਰ ਨਾਜ਼ਰ ਸਮਝ ਕੇ ਉਹਦੀ ਆਗਿਆ ਵਿੱਚ ਚੱਲਣਾ ਜ਼ਰੂਰੀ ਹੈ। ਇਹ ਜ਼ਰੂਰੀ ਹੈ ਅਰਦਾਸ ਦੀ ਸਫਲਤਾ ਦੇ ਲਈ। ਜਿਹੜੇ ਜੀਵ ਸੰਸਾਰਿਕ ਜੀਵ ਹਨ, ਗੁਰਬਾਣੀ ਦੇ ਉਪਦੇਸ਼ ਦੇ ਉੱਤੇ ਅਮਲ ਕਰਦੇ ਹਨ, ਉਹਨਾਂ ਦੀ ਕੀਤੀ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ, ਕਦੇ ਨਹੀਂ ਵਿਅਰਥ ਜਾਂਦੀ। ਹਾਂ, ਜਿਹੜੇ ਜੀਵ ਕੇਵਲ ਆਪਾਂ ਕਹਿ ਲਈਏ ਬਾਹਰਮੁਖੀ ਰੱਟ ਲਾਈ ਫਿਰਦੇ ਨੇ, ਸਾਡੇ ਵਰਗੇ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਵਿਸ਼ਵਾਸ ਰਤਾ ਭਰ ਵੀ ਨਹੀਂ ਹੈ, ਉਹਨਾਂ ਦੀ ਕੀਤੀ ਅਰਦਾਸ ਰੱਬੀ ਦਰਗਾਹ ਵਿੱਚ ਪ੍ਰਵਾਨ ਕਦੀ ਵੀ ਨਹੀਂ ਹੁੰਦੀ। ਉਹਨਾਂ ਦੇ ਨਿਰਾਸ਼ਤਾ ਦਾ ਮੂੰਹ ਹੀ ਦੇਖਣਾ ਪੈਂਦਾ। ਦੋਨੇ ਚੀਜ਼ਾਂ ਗੁਰਬਾਣੀ ਵਿੱਚ ਸਾਨੂੰ ਮਿਲਦੀਆਂ ਹਨ। ਅਸੀਂ ਦੋਨੇ ਚੀਜ਼ਾਂ ਨੂੰ ਅਸੀਂ ਗੁਰਬਾਣੀ ਚੰਗੀ ਤਰ੍ਹਾਂ ਜਾਣਦੇ ਹਾਂ। ਅਰਦਾਸ ਜਦੋਂ ਦਤਾਰ ਪਿਤਾ ਦੇ ਸਨਮੁਖ ਅਜਾਨ ਬੱਚੇ ਬਣ ਕੇ ਅਸੀਂ ਕਰੀਏ, ਸਿਆਣਪ ਤਿਆਗ ਕੇ ਕਰੀਏ, ਦੀਨ ਬਣ ਕੇ ਕਰੀਏ, ਤਾਂ ਫਿਰ ਗੱਲ ਬਣੇਗੀ। ਆਪਣੀ ਸਿਆਣਪ ਦੇ ਨਾਲ ਅਰਦਾਸ ਪੂਰੀ ਨਹੀਂ ਹੁੰਦੀ। ਤੁਧ ਨੂੰ ਛੋੜ ਜਾਈਏ ਪ੍ਰਭ ਕੈ ਧਰ, ਆਨ ਨਾ ਬੀਆ ਤੇਰੇ ਸੰਸਰ। ਇਸ ਤਰ੍ਹਾਂ ਨਾਲ ਗੱਲ ਕਰੀਏ, ਤੇਰੇ ਬਰਾਬਰ ਹੋਰ ਕੋਈ ਹੈ ਹੀ ਨਹੀਂ, ਜਾਈਏ ਕਿੱਥੇ ਤੇਰੇ ਤੋਂ ਬਿਨਾਂ? ਮੇਰਾ ਤਾਂ ਆਸਰਾ ਤੂੰ ਹੈ, ਮੇਰਾ ਤਾਂ ਘਰ ਤੂੰ ਹੈ। ਤੜਫ ਕੇ ਗੱਲ ਕਰੀਏ, ਇਹ ਗੱਲ ਕਰੀਏ, ਸਤਿਗੁਰੂ ਪਾਤਸ਼ਾਹ ਮੈਂ ਗੁਨਾਹਗਾਰ ਹਾਂ, ਮੈਂ ਭੁੱਲਣਹਾਰ ਹਾਂ, ਮੈਂ ਬਲਹੀਨ ਹਾਂ, ਬੁੱਧ ਬਲਹੀਨ ਹਾਂ, ਮੇਰੀ ਬੁੱਧੀ ਨਹੀਂ ਹੈ। ਪਰ ਸੱਚੇ ਪਾਤਸ਼ਾਹ ਤੂੰ ਤਾਂ ਦਇਆ ਪਤਤਾਂ ਨੂੰ ਉਧਾਰਨ ਕਰਨ ਵਾਲਾ ਹੈ, ਤੂੰ ਤਾਂ ਪਤਤਾਂ ਨੂੰ ਪਾਰ ਉਤਾਰਾ ਕਰਨ ਵਾਲਾ ਹੈ। ਇਹ ਅਰਦਾਸ ਜਦੋਂ ਇਸ ਢੰਗ ਨਾਲ ਅਸੀਂ ਕਰਦੇ ਹਾਂ ਤਾਂ ਗੱਲ ਜਿਹੜੀ ਸਾਡੀ ਕੁਛ ਬਣਦੀ ਨਜ਼ਰ ਆਉਂਦੀ ਹੈ। ਸਿਰਫ ਆਪਣੇ ਆਪ ਨੂੰ ਧੀਰੇ ਦੇਣ ਦੇ ਲਈ ਅਰਦਾਸ, ਸਿਰਫ ਆਪਣੇ ਆਪ ਨੂੰ ਕਹਿਣਾ ਵੀ ਮੈਂ ਅਰਦਾਸ ਕਰ ਲਈ ਹੈ, ਪਰ ਅੰਦਰ ਭਰੋਸਾ ਨਾ ਹੋਵੇ ਤਾਂ ਉਹਦੇ ਵਿੱਚ ਅਰਦਾਸ ਦੀ ਸੰਪੂਰਨਤਾ ਜਾਂ ਸਫਲਤਾ ਦਾ ਹੋਣਾ ਜ਼ਰੂਰੀ ਨਹੀਂ ਹੈ। ਮੈਂ ਫਿਰ ਦੁਹਰਾ ਰਿਹਾ, ਅਰਦਾਸ ਦੀ ਅਸਫਲਤਾ ਦਾ ਇੱਕ ਮਨ ਇੱਕ ਚਿੱਤ ਹੋ ਕੇ ਅਰਦਾਸ ਨਾ ਕਰਨ ਵਾਲੀ ਘਾਟ ਤੇ ਆਪਣੇ ਗੁਰੂ ਉੱਪਰ ਵਿਸ਼ਵਾਸ ਨਾ ਕਰਨ ਦੀ ਅਣਹੋਂਦ ਹੈ। ਗੁਰੂ ਤੇ ਵਿਸ਼ਵਾਸ ਨਾ ਕਰਨ ਦੀ ਅਣਹੋਂਦ ਹੈ। ਜਦ ਤੱਕ ਸਾਡੇ ਹਿਰਦੇ ਵਿੱਚ ਜੋ ਮੰਗੂ ਸੋਈ ਸੋਈ ਪਾਊਂ, ਆਪਣੇ ਖਸਮ ਭਰੋਸਾ, ਨਾਨਕ ਕੋ ਗੁਰ ਪੂਰਾ ਭੇਟਿਓ, ਬਿਨਸਿਓ ਸਗਲ ਅੰਦੇਸ਼ਾ ਵਾਲਾ ਵਿਸ਼ਵਾਸ ਭਰੋਸਾ ਨਹੀਂ ਬਣਦਾ, ਉਦੋਂ ਤੱਕ ਕੋਈ ਕਾਰਜ ਦਾ ਰਾਸ ਹੋਣਾ ਵੀ ਸੰਭਵ ਨਹੀਂ ਹੈ। ਜਦ ਤੱਕ ਇਹ ਭਰੋਸਾ ਨਹੀਂ ਬਣਦਾ। ਦੁਨਿਆਵੀ ਪਦਾਰਥ, ਨਾਮਦਾਨ ਬਹੁਤ ਲੋਕ ਮੰਗਦੇ ਨੇ, ਪਰ ਆਸਾ ਕੇਵਲ ਉਹਨਾਂ ਦੀ ਪੂਰਨ ਹੁੰਦੀ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਸ੍ਰੇਸ਼ਟ ਭਾਵਨਾ ਹੁੰਦੀ ਹੈ, ਸ਼ੁੱਧ ਪਿਆਰ ਹੁੰਦਾ ਹੈ, ਸ਼ੁੱਧ ਭਾਵਨਾ ਹੁੰਦੀ ਹੈ। ਪਰਮੇਸ਼ਰ ਜਿਹੜਾ ਹੈ ਉਹ ਸਾਡੇ ਅੰਦਰ ਦੀ ਵੇਦਨਾ ਨੂੰ ਜਾਣਦਾ ਹੈ। ਸੋ ਲੋੜ ਸਾਨੂੰ ਇਸ ਗੱਲ ਦੀ ਹੈ, ਜਨ ਬਣ ਕੇ ਅਸੀਂ ਅਰਦਾਸ ਕਰੀਏ, ਕਿਉਂਕਿ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਵਾਲੀ ਅਵਸਥਾ ਦੇ ਉੱਤੇ ਤਾਂ ਹੀ ਅਸੀਂ ਅਪੜ ਸਕਦੇ ਹਾਂ।
ਤੋ ਇੱਕ ਜਨ ਬਣਨ ਲਈ ਜਾਤ ਸਾਨੂੰ ਸਿੱਖਣ ਦੀ ਲੋੜ ਪਈ, ਜਨ ਕਿਵੇਂ ਬਣਨਾ ਹੈ। ਜਨ ਬਣਨ ਲਈ ਆਪਣਾ ਆਪ ਕੁਰਬਾਨ ਕਰਨਾ ਪੈਂਦਾ ਹੈ। ਜਨ ਬਣਨ ਲਈ ਆਪਣੇ ਮਨ ਦੀ ਮੱਤ ਤਿਆਗਣੀ ਪੈਂਦੀ ਹੈ। ਕਿਉਂ ਇਹ ਗੱਲ ਹੈ ਤਾਂ ਔਖੀ, ਮਨ ਕੀ ਮੱਤ ਤਿਆਗੋ ਹਰ ਜਨ, ਇਹ ਬਾਤ ਕਠਿਨੀ ਹੈ, ਪਰ ਤਿਆਗਣੀ ਪੈਣੀ ਹੈ। ਮੈਂ ਨਿੱਜੀ ਇੱਕ ਤਜਰਬਾ ਜ਼ਰੂਰ ਆਪ ਜੀ ਦੇ ਨਾਲ ਸਾਂਝੀ ਕਰਕੇ ਸਮਾਪਤੀ ਕਰਨਾ ਚਾਹੁੰਦਾ ਵੀ ਅਰਦਾਸ ਦੇ ਵਿੱਚ ਸਾਡੀ ਇਕਾਗਰਤਾ ਕਿਵੇਂ ਬਣੇ ਜਾਂ ਕਿਸ ਤਰ੍ਹਾਂ ਹੋਵੇ। ਮੈਨੂੰ ਇਹ ਜਾਪਦਾ ਵੀ ਜਿਵੇਂ ਜਿਵੇਂ ਅਰਦਾਸ ਦੇ ਬੋਲ ਬੋਲਦੇ ਹਾਂ, ਪੰਜਾਂ ਪਿਆਰਿਆਂ ਉਹਨਾਂ ਦੇ ਫਿਰ ਕੀਤੇ ਹੋਏ ਕਾਰਨਾਮੇ ਸਾਡੇ ਦਿਮਾਗ 'ਚ ਇੱਕ ਸੈਕਿੰਡ 'ਚ ਘੁੰਮ ਜਾਣੇ ਚਾਹੀਦੇ ਆ। ਕਿਵੇਂ ਸੀਸ ਭੇਟ ਕਰਨ ਵਾਲੇ ਇਹ ਤਾਕਤ ਹੈ। ਚਾਰ ਸਾਹਿਬਜ਼ਾਦਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਕੀਤੇ ਹੋਏ ਇਹ ਲਫ਼ਜ਼ੀ ਮੂੰਹੋਂ ਬੋਲ ਨਹੀਂ ਹਨ। ਜੇ ਅਸੀਂ ਕੇਵਲ ਰਟਾਈ ਤੂਤਾ ਰਟਣੀ ਵਾਂਗੂ ਲਫ਼ਜ਼ ਬੋਲ ਦੇਣੇ ਨੇ ਤਾਂ ਉਹਨਾਂ ਤੇ ਸਾਡਾ ਭਰੋਸਾ ਨਹੀਂ ਬਣਦਾ। ਪੰਜਾਂ ਦਾ ਭਰੋਸਾ ਕਿਵੇਂ ਆਪਣੇ ਗੁਰੂ ਤੇ ਬਣਿਆ ਸੀ, ਸੀਸ ਭੇਟ ਕਰਨ ਲੱਗਿਆ। ਚਾਰ ਸਾਹਿਬਜ਼ਾਦਿਆਂ ਨੇ ਕਿਵੇਂ ਕੁਰਬਾਨੀਆਂ ਕੀਤੀਆਂ ਸੀ ਆਪਣੇ ਦ੍ਰਿੜ ਵਿਸ਼ਵਾਸ ਦੇ ਨਾਲ। 40 ਮੁਕਤਿਆਂ ਦੀ ਗੱਲ ਕਰੀਏ, ਉਹ ਇਤਿਹਾਸ ਦਾ ਉਹ ਇੱਕ ਅਜਾਇਬ ਘਰ ਜਿਹੜਾ ਹੈ ਉਹ ਸਾਡੇ ਦਿਮਾਗ ਵਿੱਚ ਪੂਰੀ ਤਰ੍ਹਾਂ ਘੁੰਮ ਜਾਣਾ ਚਾਹੀਦਾ ਹੈ। ਸਿੰਘਾਂ ਸਿੰਘਣੀਆਂ ਬੱਚਿਆਂ ਦੇ ਟੂਟੇ ਕਰਾਏ ਹਨ, ਉਹਨਾਂ ਦਾ ਇਤਿਹਾਸ ਉਦੋਂ ਘੁੰਮ ਜਾਣਾ ਚਾਹੀਦਾ ਹੈ। ਭਾਈ ਤਾਰੂ ਸਿੰਘ ਜੀ ਦੀ ਖੂਨ ਨਾਲ ਲੱਥੀ ਹੋਈ ਖੂਪੜੀ ਸਾਡੇ ਅੱਗੇ ਘੁੰਮ ਜਾਣੀ ਚਾਹੀਦੀ ਹੈ। ਉਹਦਾ ਉਹ ਵਿਸ਼ਵਾਸ ਤੇ ਉਹ ਭਰੋਸੇ ਦੀ ਦਾਸਤਾਨ ਸਾਡੇ ਅੰਦਰ ਪੈਦਾ ਹੋਣੀ ਚਾਹੀਦੀ ਹੈ ਜਦੋਂ ਇਹਦੀ ਅਰਦਾਸ ਖੜੇ ਕਰਦੇ ਹਾਂ। ਜੇ ਅਸੀਂ ਸਰਬੱਤ ਖਾਲਸੇ ਦੀ ਗੱਲ ਕਰੀਏ, ਉਹਦਾ ਸੰਕਲਪ ਸਾਡੇ ਅੰਦਰ ਆਉਣਾ ਚਾਹੀਦਾ ਹੈ। ਉਹ ਬਿਲਕੁਲ ਐਸੀ ਭਾਵਨਾ ਸਾਡੇ ਅੰਦਰ ਜਾਣੀ ਚਾਹੀਦੀ ਹੈ। ਆਪਣੇ ਇਸ਼ਟ ਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੈ। ਜੇ ਅਰਦਾਸ ਦੀ ਪੂਰਤੀ ਦੀ ਗੱਲ ਕਰੀਏ ਤਾਂ ਸਿੱਖੀ ਦਾਨ ਜਿਹੜੇ ਮੰਗਦੇ ਆ, ਕੇਵਲ ਜ਼ਬਾਨੀ ਸਿੱਖੀ ਦਾ ਮੰਗ ਲਈਏ, ਸਿੱਖੀ ਕਮਾਉਣੀ 'ਚ ਪੈਣੀ ਹੈ। ਕੇਸਾਂ ਦੀ ਦਾਤ ਮੰਗਣੀ ਪੈਂਦੀ ਹੈ, ਕਿਉਂ ਸਿੱਖੀ ਕੇਸਾਂ ਸਵਾਸਾਂ ਨਾਲ ਤਾਂ ਨਿਭਦੀ ਹੈ। ਭਰੋਸਾ ਰੱਖਣਾ ਚਾਹੀਦਾ ਹੈ। ਚੰਗੇ ਮਾੜੇ ਦੀ ਪਰਖ ਕਰਨ ਦੀ ਗੱਲ ਮੰਗਦੇ ਹਾਂ ਅਸੀਂ ਕੋਲੋਂ, ਪਰਮੇਸ਼ਰ ਕੋਲੋਂ। ਇੱਕ ਸ਼ਬਦ ਦੇ ਵਿੱਚ ਪੂਰਾ ਅਸੀਂ ਲੈਕਚਰ ਕਰ ਸਕਦੇ ਹਾਂ, ਜਿਹੜੇ ਅਰਦਾਸ ਦੀ ਇੱਕ ਸ਼ਬਦਾਵਲੀ ਹੈ। ਇੱਕ ਪਹਿਰੇ ਦੇ ਉੱਤੇ, ਇੱਕ ਸ਼ਬਦ ਦੇ ਉੱਤੇ ਪੂਰਾ ਅਸੀਂ ਵਿਚਾਰਾ ਕਰ ਸਕਦੇ ਹਾਂ। ਇਹ ਅਰਦਾਸ ਕੇਵਲ ਉਹ ਬੋਲ ਨਹੀਂ ਹਨ ਕਿ ਜਿਹੜੇ ਅਸੀਂ ਜ਼ੁਬਾਨ ਬੋਲੀ ਜਾਵੇ, ਸਾਨੂੰ ਪਤਾ ਇਹਨਾਂ ਮਹਿਸੂਸ ਹੀ ਨਾ ਹੋਵੇ। ਧਿਆਨ ਸਾਡਾ ਕਿਤੇ ਉਦੋਂ ਟੱਕਰਾਂ ਮਾਰਦਾ ਹੈ ਜਦੋਂ ਧਿਆਨ ਸਾਡਾ ਉਸ ਇਤਿਹਾਸ ਵੱਲ, ਉਹਨਾਂ ਵਾਪਰੀਆਂ ਘਟਨਾਵਾਂ ਵੱਲ ਤੇ ਉਹਨਾਂ ਤੇ ਬੇਯਕੀਨਾ ਜਿਹਾ ਹੋ ਕੇ ਇੱਧਰ ਉੱਧਰ ਘੁੰਮਦਾ ਫਿਰਦਾ ਹੈ। ਜਦੋਂ ਅਸੀਂ ਬੋਲੀਏ, ਮੇਰੇ ਆਪਣੇ ਨਿੱਜੀ ਵਿਚਾਰ ਦੀ ਗੱਲ ਕਰ ਰਿਹਾ ਮੈਂ, ਇਹ ਕਿਸੇ ਵਿਦਵਾਨ ਦੇ ਵਿਚਾਰ ਨਹੀਂ ਹਨ, ਜਾਂ ਮੈਨੂੰ ਇਹ ਪਤਾ ਨਹੀਂ ਠੀਕ ਵੀ ਹੋਣਗੇ ਕਿ ਨਹੀਂ ਹੋਣਗੇ, ਪਰ ਮੈਨੂੰ ਉਹ ਜਾਪਦਾ ਹੈ ਕਿ ਮਨ ਦੀ ਇਕਾਗਰਤਾ ਲਈ ਉਹਨਾਂ ਦਾ ਪੂਰਾ ਨਕਸ਼ਾ ਸਾਡੇ ਦਿਮਾਗ ਵਿੱਚ ਘੁੰਮ ਜਾਣਾ ਚਾਹੀਦਾ ਹੈ। ਜਿਹੜਾ ਬੋਲ ਅਸੀਂ ਜ਼ੁਬਾਨ ਤੋਂ ਬੋਲਦੇ ਹਾਂ, ਤੇ ਜਦੋਂ ਉਹ ਹੋ ਜਾਏਗਾ ਫਿਰ ਗੁਰੂ ਅੱਗੇ ਕੀਤੀ ਹੋਈ ਅਰਦਾਸ ਕਦੀ ਵੀ ਸਾਡੀ ਬਿਰਥੀ ਨਹੀਂ ਜਾਂਦੀ। ਪੂਰਾ ਭਰੋਸਾ, ਪੂਰਾ ਵਿਸ਼ਵਾਸ, ਪੂਰਾ ਯਕੀਨ ਤੇ ਤਰਕ ਵਿਤਰਕ ਦੀ ਗੱਲ ਨੂੰ ਛੱਡ ਕੇ। ਇਹ ਤਰਕ ਦੇ ਵਿੱਚੋਂ ਅੱਜ ਧਰਮ ਦਾ ਬਹੁਤ ਨੁਕਸਾਨ ਹੋਇਆ ਹੈ। ਮੈਂ ਇਹ ਨਹੀਂ ਕਹਿ ਰਿਹਾ ਵੀ ਇਹਨੂੰ ਛੱਡ ਦੇਣਾ ਚਾਹੀਦਾ, ਇਹ ਤੋਂ ਉੱਚਾ ਉੱਠਣਾ ਚਾਹੀਦਾ ਹੈ। ਹਰ ਗੱਲ ਨੂੰ ਅਸੀਂ ਕੇਵਲ ਬਹਿਸ ਮੁਬਾਸਰੇ ਦਾ ਵਿਸ਼ਾ ਬਣਾ ਕੇ ਜਦੋਂ ਕਰਾਂਗੇ, ਫਿਰ ਸਾਡਾ ਗੁਰੂ ਤੇ ਭਰੋਸਾ ਘਟਦਾ ਹੈ, ਵਿਸ਼ਵਾਸ ਘਟਦਾ ਹੈ, ਯਕੀਨ ਘਟਦਾ ਹੈ। ਤਾਂ ਮੈਂ ਇਹ ਬੇਨਤੀ ਕਰਾਂਗਾ ਵੀ ਹਰ ਗੱਲ ਨੂੰ ਅਸੀਂ ਤਰਕ ਦੇ ਵਿੱਚ ਨਾ ਲੈ ਕੇ ਜਾਈਏ, ਕੁਝ ਯਕੀਨ ਤੇ ਕੁਝ ਭਰੋਸਾ ਰੱਖ ਕੇ ਵੀ ਧਰਮ ਦੀ ਕਮਾਈ ਕਰੀਏ। ਸਤਿਗੁਰੂ ਬਖਸ਼ਿਸ਼ ਕਰਨ, ਲੋਕ ਪਰਲੋਕ ਸੁਹੇਲਾ ਹੋ ਜਾਏਗਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ, ਪਿਆਰ ਸਤਿ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।